ਜਿਹਦੀ ਧੀ ਆ ਉਹਦੀ ਧੀ ਨੂੰ ਸਿੱਧੀ ਗਾਲ ਜਾਣੀ ਆ, ਜਿਹੜਾ ਭੈਣ ਦੀ ਗਾਲ ਕੱਢੂ ਉਹਦੀ ਭੈਣ ਨੂੰ ਜਾਣੀ ਆ, ਜਿਹੜਾ ਮਾਂ ਦੀ ਗਾਲ ਕੱਢੂ ਉਹਦੀ ਮਾਂ ਨੂੰ ਜਾਣੀ ਆ। ਦਿੱਲੀ ਦੀ ਚੌਖੜ ਦੇ ਉੱਤੇ ਅੱਜ ਕਿਸਾਨ ਬੈਠਾ ਦਿਖਦਾ ਤੁਹਾਨੂੰ, ਤੁਹਾਡੀ ਸਰਕਾਰ ਨੂੰ? ਕਿ ਕੱਲ ਨੂੰ ਕਹਿ ਸਕਦੀ ਮੈਨੂੰ ਹਾਈ ਕਮਾਂਡ ਤੂੰ ਕਿਤੋਂ ਪੁੱਛ ਕੇ ਕਿਹਾ ਹੋਏ। ਤੁਹਾਡੀ ਆਪਣੀ ਸਰਕਾਰ ਹੈ, ਤੁਹਾਨੂੰ ਬੜਾ ਕਹਿੰਦੇ ਪਿਆਰ ਦਿੰਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ। ਨਾ ਮੈਨੂੰ ਇਹਨਾਂ ਨੇ ਭੇਜਿਆ ਸੀ ਤੇ ਨਾ ਉਹਨਾਂ ਨੇ ਬੁਲਾਇਆ ਸੀ। ਖਬਰਾਂ ਆਉਂਦੀਆਂ ਨੇ ਕਿ ਹੰਸਰਾਜ ਹੰਸ ਜੀ ਪਿੰਡਾਂ ਦੇ ਵਿੱਚ ਇਹਨਾਂ ਕਾਨੂੰਨਾਂ ਦਾ ਪ੍ਰਚਾਰ ਕਰ ਰਿਹਾ ਹੈ। ਕਹਿੰਦੇ ਅੱਜ ਜਦੋਂ ਨਾਲ ਖੜਨ ਦੀ ਵਾਰੀ ਆਈ ਹੈ ਤਾਂ ਨਾਲ ਬੈਠ ਵੀ ਨਹੀਂ ਸਕ ਰਹੇ ਔਰ ਦੋ ਸ਼ਬਦ ਵੀ ਨਹੀਂ ਸਾਡੇ ਹੱਕ ਦੇ ਲਈ ਕਹਿੰਦੇ। ਮੈਨੂੰ ਹੁਣ ਪਤਾ ਨਹੀਂ ਨਾਲ ਖੜਨ ਨਾ ਕਿਹਨੂੰ ਕਹਿੰਦੇ ਆ। ਤਾਂ ਤੁਸੀਂ ਕਹਿੰਦੇ ਨਹੀਂ ਜਾ ਕੇ ਵੀ ਇਹ ਹਾਲਾਤ ਉੱਥੇ ਦੇਖੇ ਨਹੀਂ ਜਾਂਦੇ, ਤੁਸੀਂ ਜੇ ਕਾਨੂੰਨ ਉਹਨਾਂ ਨੂੰ ਨਹੀਂ ਪਸੰਦ, ਜੇ ਉਹ ਚੀਜ਼ ਨਹੀਂ ਖਾਣਾ ਚਾਹੁੰਦੇ ਤਾਂ ਆਪਾਂ ਧੱਕੇ ਨਾਲ ਕਿੱਦਾਂ ਖਵਾ ਸਕਦੇ ਹੋ? ਤਾਲਮੇਲ ਕਮੇਟੀ ਨੇ ਉਹਦੇ ਵਿੱਚ ਪਾਇਆ ਹੋਵੇ ਤਾਂ ਮੈਂ ਜਾਵਾਂ, ਜਾਂ ਮੈਨੂੰ ਕਿਸੇ ਕੋਈ ਬੁਲਾਵੇ ਤਾਂ ਮੈਂ ਜਾਵਾਂ। ਸੁਣਵਾਈ ਹੁੰਦੀ ਹੈ ਤੁਹਾਡੀ? ਵੈਸੇ ਸਹੀ ਦੱਸਿਓ। ਮੇਰੇ ਕੋਲ ਕੋਈ ਪੋਰਟਫੋਲੀਓ ਤਾਂ ਹੈ ਨਹੀਂ, ਸਿੰਪਲ ਐਮਪੀ ਹਾਂ। ਸਰਕਾਰ ਦੀ ਗੱਲ ਮੰਨ ਕਿਉਂ ਨਹੀਂ ਰਹੇ? ਕੁਛ ਤਾਂ ਖਾਮੀ ਹੋਊਗੀ ਨਾ ਇਹਨਾਂ ਕਾਨੂੰਨਾਂ ਦੇ ਵਿੱਚ, ਸਰਕਾਰ ਦੇ ਵਿੱਚ। ਜਿਹੜੀਆਂ ਕੌਮਾਂ ਆਪਣੇ ਹੱਕਾਂ ਲਈ ਲੜਦੀਆਂ ਉਹੀ ਜ਼ਿੰਦਾ ਰਹਿੰਦੀਆਂ ਨੇ। ਕੁਰਸੀ ਵੱਡੀ ਹੋ ਗਈ ਜਾਂ ਫਿਰ ਕਿਸਾਨ ਤਾਂ ਅੱਜ ਸੜਕਾਂ ਦੇ ਉੱਤੇ ਰੁਲ ਰਿਹਾ। ਕਿਸਾਨ ਕਹਿੰਦਾ ਜੀ ਹੰਸਰਾਜ ਹੰਸ ਵਾਕਿਆ ਹੀ ਸਾਡੇ ਨਾਲ ਹੈ ਤਾਂ ਅਸਤੀਫਾ ਦੇ ਦੇਣ। ਅਸਤੀਫਾ ਮੈਂ ਨਹੀਂ ਦੇ ਸਕਦਾ, ਮੇਰੀ ਮਜਬੂਰੀ ਆ। ਮੈਂ ਲੱਖਾਂ ਲੋਕਾਂ ਨੂੰ ਧੋਖਾ ਨਹੀਂ ਦੇ ਸਕਦਾ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਕਿਸਾਨਾਂ ਦਾ ਤੇ ਕੇਂਦਰ ਦਾ ਮੈਚ ਫਸਿਆ ਹੋਇਆ ਹੈ ਖੇਤੀ ਕਾਨੂੰਨਾਂ ਨੂੰ ਲੈ ਕੇ। ਕਿਸਾਨ ਦਿੱਲੀ ਦੀ ਚੌਖੜ ਦੇ ਉੱਤੇ ਬੈਠਾ ਹੈ, ਪਰ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਉੱਥੇ ਰੋਕ ਦਿੱਤਾ ਗਿਆ ਹੈ। ਤੇ ਇਸ ਪੂਰੇ ਸਿਨੈਰੀਓ ਦੇ ਵਿੱਚ ਜੇਕਰ ਸਭ ਤੋਂ ਵੱਧ ਵਿਰੋਧ ਹੋ ਰਿਹਾ ਤਾਂ ਉਹ ਹੈ ਬੀਜੇਪੀ। ਤੇ ਜੇ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਤੋਂ ਰਾਜ ਗਾਇਕ ਹੰਸਰਾਜ ਹੰਸ ਜੋ ਦਿੱਲੀ ਤੋਂ ਐਮਪੀ ਨੇ, ਉਹਨਾਂ ਨੂੰ ਵੀ ਲੋਕ ਤਰ੍ਹਾਂ ਦੇ ਕਮੈਂਟ ਕਰਕੇ ਨਿਸ਼ਾਨੇ ਤੇ ਲੈ ਰਹੇ ਨੇ। ਸਾਡੇ ਨਾਲ ਰਾਜ ਗਾਇਕ ਹੰਸਰਾਜ ਹੰਸ, ਐਮਪੀ ਹੰਸਰਾਜ ਹੰਸ ਜੀ ਮੌਜੂਦ ਨੇ। ਹੰਸੀ, ਸਵਾਗਤ ਹੈ ਤੁਹਾਡਾ ਹਮਦਰਦ ਟੀਵੀ। ਬਹੁਤ ਸ਼ੁਕਰੀਆ ਜੀ ਹਮਦਰਦ ਟੀਵੀ ਦੇ ਸਾਰੇ ਵਿਊਵਰਸ ਨੂੰ ਔਰ ਤੁਹਾਨੂੰ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਨਮਸਕਾਰ। ਹੰਸਰਾਜ ਜੀ, ਦਿੱਲੀ ਦੇ ਵਿੱਚੋਂ ਤੁਸੀਂ, ਦਿੱਲੀ ਦੀ ਚੌਖੜ ਦੇ ਉੱਤੇ ਅੱਜ ਕਿਸਾਨ ਬੈਠਾ ਦਿਖਦਾ ਤੁਹਾਨੂੰ, ਤੁਹਾਡੀ ਸਰਕਾਰ ਨੂੰ? ਹਾਂਜੀ, ਸਾਰੇ ਜਹਾਨ ਨੂੰ ਦਿਖਦਾ ਜੀ, ਤੇ ਮੈਨੂੰ ਜ਼ਰਾ ਜ਼ਿਆਦਾ ਦਿਖਦਾ ਕਿਉਂਕਿ ਮੈਂ ਪੰਜਾਬੀ ਹਾਂ ਔਰ ਮੇਰੇ 'ਚ ਖੂਨ, ਰਗਾਂ 'ਚ ਖੂਨ ਪੰਜਾਬ ਦਾ, ਰਿਜ਼ਕ ਪੰਜਾਬ ਦਾ, ਸਾਰਾ ਕੁਛ ਪੰਜਾਬ ਦਾ, ਮੇਰਾ ਰੋਮ ਰੋਮ ਪੰਜਾਬ ਦਾ, ਤੇ ਦਿਸਦਾ ਹੈ ਜੀ। ਸਰਕਾਰ ਨੂੰ ਕਿਉਂ ਨਹੀਂ ਦਿਖ ਰਿਹਾ? ਤੁਹਾਡੀ ਆਪਣੀ ਸਰਕਾਰ ਹੈ, ਤੁਹਾਨੂੰ ਬੜਾ ਕਹਿੰਦੇ ਪਿਆਰ ਦਿੰਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ। ਮੈਂ ਜਦੋਂ ਸਟਾਰਟ ਹੋਇਆ ਨਾ ਜੀ ਇਹ ਅੰਦੋਲਨ, ਮੇਰਾ ਖਿਆਲ ਹੈ ਜੀ ਲਾਈਨਾਂ 'ਤੇ ਸ਼ੁਰੂ ਸੀ, ਉਦੋਂ ਮੈਂ ਗਿਆ ਸੀ ਜਲੰਧਰ। ਨਾ ਮੈਨੂੰ ਇਹਨਾਂ ਨੇ ਭੇਜਿਆ ਸੀ ਅਤੇ ਨਾ ਉਹਨਾਂ ਨੇ ਬੁਲਾਇਆ ਸੀ। ਮੈਂ ਉੱਥੇ ਜਾ ਕੇ ਬੇਨਤੀ ਕੀਤੀ ਸੀ ਕਿ ਰੱਬ ਦਾ ਵਾਸਤਾ ਇਹ ਹਾਲਾਤ ਨਾ ਖਰਾਬ ਹੋ ਜਾਣ। ਉਹ ਮੇਰੇ ਇੰਟਰਵਿਊ ਚੈੱਕ ਕਰ ਲਿਓ, ਮੈਂ ਕਾਫੀ ਚੈਨਲਸ 'ਤੇ ਬੋਲਿਆ ਸੀ, ਅਤੇ ਮੇਰੇ ਨਾਲ ਚੱਲੋ ਆਪਾਂ। ਮੈਂ JP ਨੱਡਾ ਸਾਹਿਬ ਹੈ ਨਾ ਸਾਡੇ ਭਾਰਤ ਦੇ ਪ੍ਰੈਜ਼ੀਡੈਂਟ ਹੈ BJP ਦੇ ਰਾਸ਼ਟਰੀ ਅਧਿਅਕਸ਼, ਉਹ ਅਤੇ ਮਾਨਯ ਅਮਿਤ ਸ਼ਾਹ ਸਾਹਿਬ ਨਾਲ ਗੱਲ ਹੋ ਗਈ ਹੈ। ਮੈਂ ਕਿਹਾ ਚਲੋ ਚੱਲਦੇ ਆਪਾਂ। ਬਹੁਤ ਕੋਸ਼ਿਸ਼ ਕੀਤੀ ਜੀ, ਹਫ਼ਤਾ ਭਰ ਲੱਗੇ ਰਹੇ, ਵੱਡੇ ਅਫਸਰ ਵੀ ਸੀਗੇ ਵਿੱਚ, ਲੇਕਿਨ ਉਦੋਂ ਕਿਸੇ ਨੇ ਕਾਲ ਦਾ ਜਵਾਬ ਨਹੀਂ ਦਿੱਤਾ ਔਰ ਗੱਲ ਬਣੀ ਨਹੀਂ। ਕਿਸੇ ਨੇ ਵੀ ਗੱਲ ਨਹੀਂ ਕੀਤੀ, ਬਲਕਿ ਇੱਕ ਦੋ ਚੈਨਲਾਂ 'ਤੇ ਗਾਲੀ ਗਲੋਚ ਜ਼ਰੂਰ ਮੈਨੂੰ ਕੱਢਿਆ ਗਿਆ, ਅਤੇ ਜਿਹਦਾ ਕਿ ਮੈਂ ਡਿਜ਼ਰਵ ਨਹੀਂ ਕਰਦਾ ਇਸ ਤਰ੍ਹਾਂ ਦੀ ਗਾਲ। ਉਹ ਮੈਨੂੰ ਹੀ ਨਹੀਂ, ਮੇਰੇ ਬਾਪ ਨੂੰ ਵੀ ਕੱਢੀ। ਔਰ ਉਹ ਕਿਸਾਨ ਜਥੇਬੰਦੀ ਦਾ ਇੱਕ ਨੁਮਾਇੰਦਾ ਹੀ ਸੀ, ਜਾਂ ਲੀਡਰ ਕਹਿ ਲਓ, ਲੀਡਰ ਸੀ। ਜਦੋਂ ਅਸੀਂ ਦਸਤਾਰ ਬੰਨ੍ਹ ਲੈਂਦੇ ਉਦੋਂ ਗੁਫਤਾਰ ਬਦਲਣੀ ਚਾਹੀਦੀ, ਰਫਤਾਰ ਵੀ ਬਦਲਣੀ ਚਾਹੀਦੀ। ਦਸਤਾਰ ਮਹਾਰਾਜ ਨੇ ਖਾਸ ਤੌਰ 'ਤੇ ਸਾਨੂੰ ਦਿੱਤੀ ਸੀ ਵੀ ਬੰਨ੍ਹਣ ਤੋਂ ਬਾਅਦ ਥੋੜ੍ਹਾ ਅਕਲ ਨਾਲ ਬੋਲੋ, ਪਤਾ ਲੱਗੇ ਕਿ ਤੁਹਾਡੀ ਜਿਹੜੀ ਨੱਥ ਹੈ ਨਾ ਖਸਮ ਦੇ ਹੱਥ ਹੈ। ਜਦੋਂ ਤੁਸੀਂ ਬੋਲੋ ਲੱਗੋ ਗੁਰੂ ਵਾਲੇ ਬੋਲ ਰਹੇ ਆ। ਗੁਰਪੀਰ ਵਾਲਾ ਬੰਦਾ ਕਦੀ ਗਾਲੀ ਗਲੋਚ ਨਹੀਂ ਕਰਦਾ ਹੁੰਦਾ। ਉਹਨੇ ਮੇਰੇ ਪਿਓ ਨੂੰ ਵੀ ਗਾਲਾਂ ਕੱਢੀਆਂ। ਕੌਣ ਸੀਗੇ ਉਹ ਲੀਡਰ? ਨਾਂ ਦੱਸ ਦਿਓ। ਧਨੇਰ ਉਹਦਾ ਸਰਨੇਮ ਹੈ, ਮੈਨੂੰ ਪੱਕਾ ਨਾਂ ਤਾਂ ਪਤਾ ਨਹੀਂ, ਕੋਈ ਹੋਏਗਾ ਉੱਥੇ ਆਪਣਾ, ਉਹ ਵੀ ਕੋਈ ਲੀਡਰ ਹੀ ਲੱਗਦਾ ਮੈਨੂੰ। ਲੇਕਿਨ ਜਿਹੜਾ ਮੇਰੇ ਪਿਓ ਨੂੰ ਗਾਲ ਕੱਢੂ ਉਹਦਾ ਮੈਂ ਨਾਂ ਕਿੱਥੇ ਮੈਨੂੰ ਯਾਦ ਰਹਿਣਾ। ਧਨੇਰ ਉਹਦਾ ਸਰਨੇਮ ਸੀਗਾ। ਉਹ ਹੈਗਾ ਪ੍ਰਾਈਮ ਏਸ਼ੀਆ 'ਤੇ ਇੰਟਰਵਿਊ। ਮੈਂ ਇਹ ਸੋਚਿਆ ਕਿ ਮੈਂ ਤਾਂ ਦਰਦ ਦਾ ਮਾਰਾ ਆਇਆ। ਮੈਂ ਐਲਾਨ ਵੀ ਕੀਤਾ, ਨਾ ਮੈਨੂੰ ਭੇਜਿਆ ਕਿਸੇ ਨੇ ਅਤੇ ਨਾ ਬੁਲਾਇਆ। ਇੱਕ ਮਿੰਟ ਲਈ ਮੰਨ ਲਓ ਕਿ ਮੈਨੂੰ ਸਭ ਤੋਂ ਘੱਟ ਅਕਲ ਹੈ, ਫਿਰ ਇਹ ਮੰਨ ਲਓ ਕਿ ਮੇਰੇ 'ਚ ਕੋਈ ਪਾਵਰ ਨਹੀਂ, ਸਾਦਾ MP ਹਾਂ, ਪਰ ਮੈਂ ਕਿਸੇ ਬੇਸ 'ਤੇ ਹੀ ਕਹਿ ਰਿਹਾ। ਜੇ ਮੈਂ ਤੁਹਾਨੂੰ ਜੇ ਮੈਂ ਕਹਿ ਰਿਹਾ ਮਿਲਾਊਂਗਾ ਪ੍ਰਧਾਨ ਮੰਤਰੀ ਸਾਹਿਬ ਨੂੰ, ਅਤੇ ਤੁਸੀਂ ਸੋਚ ਕੇ ਤਾਂ ਦੇਖੋ
ਕਿ ਕੱਲ ਨੂੰ ਕਹਿ ਸਕਦੀ ਮੈਨੂੰ ਹਾਈ ਕਮਾਂਡ ਤੂੰ ਕਿਤੋਂ ਪੁੱਛ ਕੇ ਕਿਹਾ ਓਏ, ਉਹ ਜਾਂ ਜੇ ਮੈਂ ਨਾਮ ਲਾਉਂਦਾ ਤਾਂ ਮੈਂ ਪੰਜਾਬ ਕਿਹੜੇ ਮੂੰਹ ਨਾਲ ਜਾਂਦਾ ਮੁੜ ਕੇ। ਮੈਂ ਕਿਸੇ ਬੇਸ 'ਤੇ ਕਹਿ ਰਿਹਾ ਸੀ, ਲੇਕਿਨ ਇਹਨਾਂ ਨੂੰ ਹੁਣ ਕਰੀਏ ਕਿ ਹੁਣ ਮੈਨੂੰ ਸਮਝ ਨਹੀਂ ਕਿਹਾ ਲੱਗੀ। ਕਿਹਨੂੰ ਸੀਗਾ ਤੁਸੀਂ? ਕਿਸਾਨ ਜਥਿਆਂ ਦੇ ਬੰਦਿਆਂ ਦੇ ਬਹੁਤ ਸਾਰੇ ਆਗੂ ਨੇ, ਕਿਸੇ ਕਿਸਾਨ ਜਥੇਬੰਦੀ ਦੇ ਆਗੂ ਦੇ ਨਾਲ ਗੱਲਬਾਤ ਹੋਈ ਸੀ ਜਿਹਨੂੰ ਕਿਹਾ ਹੋਵੇ ਵੀ ਮੈਂ ਮੁਲਾਕਾਤ ਕਰਵਾਉਣਾ ਤੁਹਾਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ? ਮੈਂ ਇੰਟਰਵਿਊ ਕੀਤਾ ਸੀ ਟੈਲੀਵਿਜ਼ਨ ਦੇ ਜ਼ਰੀਏ। ਸਾਰੇ ਲੋਕ ਜਦੋਂ ਦਾ ਅੰਦੋਲਨ ਸ਼ੁਰੂ ਹੋਇਆ, ਜਿਹੜੇ ਨਹੀਂ ਵੀ ਦੇਖਦੇ ਆ ਟੀਵੀ, ਉਹ ਵੀ ਦੇਖਦੇ ਆ, ਸਾਰੇ ਚੈਨਲਾਂ 'ਤੇ ਚੱਲਿਆ, ਇੱਕ 'ਤੇ ਨਹੀਂ ਚੱਲਿਆ, ਕਈ ਵਾਰ ਚੱਲਿਆ ਹੋਏਗਾ। ਉਹ 'ਚ ਅਪੀਲ ਕੀਤੀ ਸੀ। ਤਾਂ ਫਿਰ ਜਦੋਂ ਕੋਈ ਫੋਨ ਨਹੀਂ ਆਇਆ, ਫਿਰ ਰਿਟਾਇਰਡ ਡੀਜੀਪੀ ਸਾਹਿਬ ਹੈ, ਵਿਰਕ ਸਾਹਿਬ ਹੈ, ਆਈਏਐਸ ਆਫਿਸਰ ਸਿੱਧੂ ਸਾਹਿਬ ਹੈ, ਸਰਦਾਰ ਰਜਿੰਦਰ ਸਿੰਘ ਜੀ, ਬੜੇ ਬੜੇ ਅਫਸਰ ਵੀ ਸੀਗੇ ਕਿ ਉਹਨਾਂ ਨੇ, ਮੈਂ ਕਿਹਾ ਇਹਨਾਂ ਦਾ ਵਾਹ ਵੂਹ ਪੈਂਦਾ ਰਹਿੰਦਾ ਕਿਸਾਨ ਜਥੇਬੰਦੀਆਂ ਨਾਲ, ਕੋਈ ਗੱਲ ਬਣੀ ਨਹੀਂ। ਫਿਰ ਇੱਕ ਸੀਨੀਅਰ ਪੱਤਰਕਾਰ ਆ, ਅਤੇ ਉਹਨੂੰ ਕਿਹਾ, ਅਤੇ ਉਹਨੇ ਕਿਹਾ ਕੱਲ੍ਹ ਮੈਂ ਗੱਲ ਕਰਾਵਾਂਗਾ ਰਾਜੇਵਾਲ ਸਾਹਿਬ ਨਾਲ। ਨਹੀਂ, ਕੱਲ੍ਹ ਨਹੀਂ ਹੋਈ, ਪਰਸੋਂ ਕਰਾਵਾਂਗਾ। ਚੌਥ ਨੂੰ ਫਿਰ ਉਹਨੇ ਕਿਹਾ ਜੀ ਨਹੀਂ, ਉਹ ਕਹਿੰਦੇ ਨਹੀਂ ਗੱਲ ਕਰਨੀ। ਹਾਲਾਂਕਿ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਗੱਲ ਹੀ ਨਹੀਂ ਕੀਤੀ ਅੱਗੇ, ਕਿਉਂਕਿ ਰਾਜੇਵਾਲ ਸਾਹਿਬ ਨਾਲ ਜਦੋਂ ਬਾਅਦ 'ਚ ਮੇਰੀ ਗੱਲ ਹੋਈ ਅਤੇ ਮੈਨੂੰ ਲੱਗਾ ਕਿ ਰਾਜੇਵਾਲ ਸਾਹਿਬ ਤਾਂ ਬਹੁਤ ਅਕਲਮੰਦ ਆਦਮੀ ਆ। ਉਹ ਬਹੁਤ ਦੇਰ ਹੋ ਗਈ ਸੀ ਉਦੋਂ, ਅਤੇ ਕੰਮ ਭਖ ਗਿਆ ਸੀ ਬਹੁਤ ਜ਼ਿਆਦਾ, ਅਤੇ ਮੈਂ ਹੀ ਗੱਲ ਕਰਾਈ ਸੀ ਰਾਜੇਵਾਲ ਸਾਹਿਬ ਦੀ ਪਹਿਲੀ ਵਾਰੀ ਖੇਤੀਬਾੜੀ ਮੰਤਰੀ ਤੋਮਰ ਸਾਹਿਬ ਨਾਲ। ਤਾਂ ਫਿਰ ਉਸ ਗੱਲਾਂ ਬਾਤਾਂ ਵੀ ਚੱਲੀਆਂ, ਪਰ ਮੀਟਿੰਗਾਂ ਬੇਸਿੱਟਾ ਰਹੀਆਂ। ਸਰਕਾਰ ਸਮਝਾ ਕਿਉਂ ਨਹੀਂ ਪਾ ਰਹੀ ਵੀ ਇਹ ਖੇਤੀ ਕਾਨੂੰਨ ਕੀ ਨੇ, ਜਾਂ ਸਰਕਾਰ ਦੀ ਗੱਲ ਮੰਨ ਕਿਉਂ ਨਹੀਂ ਰਹੇ? ਕੁਛ ਤਾਂ ਖਾਮੀ ਹੋਊਗੀ ਨਾ ਇਹਨਾਂ ਕਾਨੂੰਨਾਂ ਦੇ ਵਿੱਚ, ਸਰਕਾਰ ਦੇ ਵਿੱਚ। ਹਾਂਜੀ, ਜਦੋਂ ਮੈਂ ਗਿਆ ਸੀਗਾ ਉਦੋਂ ਤਾਂ MSP ਮੇਨ ਸੀਗਾ ਮੁੱਦਾ, ਅਤੇ ਉਦੋਂ ਗੱਲ ਬਣ ਵੀ ਜਾਣੀ ਸੀ। ਹੌਲੀ 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 ਮੇਰਾ ਖਿਆਲ ਮਤਾਲਿਆ ਵੀ ਕਰ ਲਿਆ, ਸਾਰਾ ਦੇਖ ਲਿਆ, ਪਰਖ ਲਿਆ, ਦੱਸ ਵੀ ਦਿੱਤਾ, ਅਤੇ ਫਿਰ ਜਿਹੜੇ ਪੁਆਇੰਟਸ ਦੱਸੇ ਸੀ, ਨੁਕਸ ਆ, ਉਹ ਮੇਰਾ ਖਿਆਲ ਕੁਛ ਮੰਨੇ ਵੀ ਆ। ਅਤੇ ਹੁਣ 30 ਤਰੀਕ ਨੂੰ ਮੀਟਿੰਗ ਆ, ਰੱਬ ਕਰੇ ਸਾਰੀਆਂ ਸ਼ਰਤਾਂ ਮੰਨ ਲਈਆਂ ਜਾਣ, ਔਰ ਤਦ ਹੀ ਸਾਰਿਆਂ ਦਾ ਕਾਲਜਾ ਠੰਡਾ ਹੋਏਗਾ। ਮੈਂ ਤਾਂ ਕਦੀ ਵੀ ਪੰਜਾਬ ਦੇ ਖਿਲਾਫ, ਪੰਜਾਬੀਆਂ ਦੇ ਖਿਲਾਫ ਜਾਂ ਕਿਸਾਨਾਂ ਦੇ ਖਿਲਾਫ, ਮੈਂ ਤਾਂ ਕਹਿੰਦਾ ਕਿ ਹਰਿਆਣੇ ਪੰਜਾਬ ਦੇ ਹੈ, ਅਫਗਾਨਿਸਤਾਨ ਵਿੱਚ ਵੀ ਕੋਈ ਮਨੱਕਿਆਂ ਦੀ ਖੇਤੀ ਵੀ ਕਰਦਾ। ਤੁਹਾਨੂੰ ਪਤਾ ਕਈ ਦਵਾਈਆਂ ਹੁੰਦੀਆਂ, ਉਹ ਕਹਿੰਦੇ ਮਨੱਕੇ ਨਾਲ ਦਿਓ ਜੀ, ਦੇਸੀ ਵੈਦ, ਅਤੇ ਮੈਂ ਤਾਂ ਉਹ ਵੀ ਚੀਜ਼ ਇਹ ਸੋਚਦਾ ਹਾਂ ਕਿ ਉਹ ਵੀ ਸਾਡਾ ਰਿਸ਼ਤੇਦਾਰ ਹੈ, ਜਿਹੜਾ ਅਫਗਾਨਿਸਤਾਨ ਬੈਠਾ ਕਿਸਾਨ ਵੀ ਹੈ। ਸੋ ਅਸੀਂ ਇੱਕ ਦੂਜੇ ਦੇ ਕੁਛ ਲੱਗਦੇ ਹਾਂ। ਉਸ ਦਰਦ ਦੇ ਅਧੀਨ ਹੀ ਮੈਂ ਜਿੰਨਾ ਬਹੁਤ ਜ਼ਿਆਦਾ ਤਾਂ ਮੈਂ TV 'ਤੇ ਆਉਂਦਾ ਨਹੀਂ, ਕਿਉਂਕਿ ਮੈਂ ਜਦੋਂ ਗਾਉਂਦਾ ਹੁੰਦਾ ਸੀ ਮੈਨੂੰ ਕੋਈ ਰੀਝ ਤਾਂ ਹੈ ਨਹੀਂ ਕਿ ਰੋਜ਼ ਮੇਰਾ ਬੂਥਾ ਆਵੇ TV 'ਤੇ। ਲੇਕਿਨ ਮੈਨੂੰ ਜਦੋਂ ਬਹੁਤ, ਜਿੱਦਾਂ ਹੁਣ ਤੁਸੀਂ ਮੇਰੇ ਦੋਸਤ ਆ ਕਿਹਾ ਤਾਂ ਮੈਂ ਆ ਗਿਆ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀਆਂ ਕੌਮਾਂ ਆਪਣੇ ਹੱਕਾਂ ਲਈ ਲੜਦੀਆਂ ਉਹੀ ਜ਼ਿੰਦਾ ਰਹਿੰਦੀਆਂ ਨੇ, ਲੇਕਿਨ ਉਹਦੇ ਵਿੱਚ ਨਿਮਰਤਾ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਖਾਸ ਤੌਰ 'ਤੇ ਸਾਡੇ ਲੋਕਾਂ ਨੂੰ, ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹਾਂ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੱਲ ਕਰਦੇ ਹਾਂ, ਅਤੇ ਫਿਰ ਸ਼ਬਦਾਵਲੀ ਵੀ ਗੁਰੂ ਵਾਲੇ, ਗੁਰਪੀਰਾਂ ਵਾਲੀ ਹੋਣੀ ਚਾਹੀਦੀ ਹੈ। ਉਹਦੇ ਵਿੱਚ ਜਿਹੜੀ ਗਾਲੀ ਗਲੋਚ ਕੱਢਣੀ ਕਿਸੇ ਨੂੰ, ਜਾਂ ਕਿਸੇ ਦੀ ਮਾਂ ਨੂੰ, ਪਿਓ ਨੂੰ, ਧੀ ਨੂੰ, ਜਾਂ ਕਿਸੇ ਦੀ ਜਾਤ ਪਾਤ ਦੀ ਗੱਲ ਕਰਨੀ, ਉਦੋਂ ਫਿਰ ਲੱਗਦਾ ਬੇਗੁਰਾ ਕੋਈ ਬੋਲ ਰਿਹਾ, ਗੁਰੂ ਵਾਲਾ ਨਹੀਂ, ਭੋਲਾ। ਕਿਸਾਨ ਕਦੀ ਪਾਪ ਨਹੀਂ ਕਮਾਉਂਦਾ। ਜਿਹੜਾ ਮਿੱਟੀ 'ਚ ਮਿੱਟੀ ਹੁੰਦਾ ਉਹ ਰੱਬ ਲੋਕ ਹੀ ਹੁੰਦਾ, ਉਹ ਦਿਲੋਂ ਸਾਫ਼ ਹੁੰਦਾ, ਉਹ ਨਹੀਂ ਕਰਦਾ। ਪਤਾ ਨਹੀਂ ਕੁਛ ਸ਼ਰਾਰਤੀ ਲੋਕ ਹੁੰਦੇ ਆ ਡਿਸਟਰਬ ਕਰਨ ਲਈ ਕਿ ਇਹ ਬੰਦਾ ਕਿਉਂ ਚਾਹੁੰਦਾ ਆ ਅੰਦੋਲਨ ਅੰਜਾਮ ਤੱਕ ਪਹੁੰਚੇ। ਉਦੋਂ ਤਾਂ ਜੇ ਸ਼ੁਰੂ ਹੀ ਹੋਇਆ ਸੀ। ਪਰ ਤੁਸੀਂ ਅੰਦੋਲਨ ਦੀ ਗੱਲ ਤਾਂ ਕਰਨੀ ਵੀ ਅੰਜਾਮ ਤੱਕ ਪਹੁੰਚੇ, ਪਰ ਖਬਰਾਂ ਆਉਂਦੀਆਂ ਨੇ ਵੀ ਹੰਸਰਾਜ ਸਿੰਘ ਜੀ ਪਿੰਡਾਂ ਦੇ ਵਿੱਚ ਇਹਨਾਂ ਕਾਨੂੰਨਾਂ ਦਾ ਪ੍ਰਚਾਰ ਕਰ ਰਿਹਾ। ਕਹਿੰਦੇ ਵੀ ਕਾਨੂੰਨ ਦਾ ਸਮਰਥਨ ਕਰਦੇ ਕਿਸਾਨ ਉਹਨਾਂ ਪਿੰਡਾਂ ਦੇ ਵਿੱਚ। ਮੈਂ ਉੱਥੇ ਪ੍ਰਚਾਰ ਦੇ ਲਈ ਤੁਹਾਡੀਆਂ ਖਬਰਾਂ ਲੱਗ ਰਹੀਆਂ। ਉਹ ਖਬਰਾਂ ਜਿਹਨਾਂ ਨੇ ਲਾਈਆਂ ਉਹਨਾਂ ਨੂੰ ਪੁੱਛੋ, ਅਖਬਾਰਾਂ ਵਾਲਿਆਂ ਨੂੰ, ਕਿ ਕਿਹਨੇ ਖਬਰ ਦਿੱਤੀ ਹੈ ਉਹ। ਮੈਂ ਪੰਫਲੇਟ ਜਿਹੜੇ ਖੇਤੀਬਾੜੀ ਮੰਤਰੀ ਜੀ ਨੇ ਛਪਾਏ ਆ, ਉਹ ਮੇਰੇ ਇਲਾਕੇ 'ਚ ਗਏ ਹੋਣਗੇ, ਅਤੇ ਉਹ ਮੇਰਾ ਕੌਂਸਟੀਚੁਐਂਸੀ 'ਚ ਗਏ ਹੋਣਗੇ। ਲੇਕਿਨ ਮੈਂ ਕਦੀ ਵੀ ਕਿਸਾਨੀ ਦੇ ਖਿਲਾਫ, ਕਿਸਾਨਾਂ ਦੇ ਖਿਲਾਫ, ਪੰਜਾਬ ਦੇ ਖਿਲਾਫ, ਪੰਜਾਬੀਆਂ ਦੇ ਖਿਲਾਫ ਨਹੀਂ ਬੋਲਿਆ। ਜਦੋਂ ਮੈਂ ਇੱਦਾਂ ਦਾ ਬੋਲਣ ਲੱਗ ਪਾਂਗਾ, ਜਾਂ ਮੈਂ ਬਹੁਤ ਕਹੂੰਗਾ ਕਿ ਸਮਝਾਉਣ ਲੱਗ ਪਊਂ, ਜਾਂ ਮੈਂ ਕਹੂੰਗਾ ਆਹ ਨਹੀਂ ਆਹ ਕਰ ਲਓ, ਉਦੋਂ ਮੈਂ ਸੋਚਦਾ ਮੈਨੂੰ ਰੱਬ ਚੁੱਕ ਹੀ ਲਵੇ, ਹੋਰ
ਕੀ ਹੋਰ ਮੈਂ ਕੀ ਕਹਿ ਸਕਦਾ। ਮੈਂ ਕਦੀ, ਮੈਨੂੰ ਪਤਾ ਮੇਰਾ ਮੈਂ ਕਿੱਦਾਂ ਦਾ। ਕਿਸਾਨ ਕਹਿੰਦੇ ਨੇ, ਕਹਿੰਦੇ ਅਸੀਂ ਹੰਸਰਾਜ ਹੰਸ ਹੋਰਾਂ ਦੇ ਬਹੁਤ ਵੱਡੇ ਸਰੋਤੇ ਵੀ ਸੀਗੇ ਇੱਕ ਟਾਈਮ, ਪੰਜਾਬ ਨੇ ਬਹੁਤ ਪਿਆਰ ਦਿੱਤਾ। ਕਹਿੰਦੇ ਅੱਜ ਜਦੋਂ ਨਾਲ ਖੜਨ ਦੀ ਵਾਰੀ ਆਈ ਹੈ ਤਾਂ ਨਾਲ ਬਹਿਣ ਵੀ ਨਹੀਂ ਸਕ ਰਹੇ ਔਰ ਦੋ ਸ਼ਬਦ ਵੀ ਨਹੀਂ ਸਾਡੇ ਹੱਕ ਦੇ ਲਈ ਕਹਿੰਦੇ। ਤੁਸੀਂ ਕਾਨੂੰਨਾਂ ਦੇ ਬਾਰੇ ਕੋਈ ਗੱਲ ਹੀ ਨਹੀਂ ਕਰਦੇ। ਮੈਨੂੰ ਹੁਣ ਪਤਾ ਨਹੀਂ ਨਾਲ ਖੜਨ ਨਾ ਕਿਹਨੂੰ ਕਹਿੰਦੇ ਆ। ਮੈਂ ਤਾਂ ਤੁਹਾਨੂੰ ਦੱਸ ਰਿਹਾ ਕਿ ਮੈਂ ਤਾਂ ਉੱਥੇ ਗਿਆ, ਟਾਰਾ ਮਾਰ ਕੇ ਆ ਗਿਆ। ਉੱਥੇ ਘਰ ਦਾ ਹਰ ਦੂਜੇ ਦਿਨ ਘਰਾਓ ਹੁੰਦਾ, ਉਦੋਂ ਅਜੇ ਪਹਿਲੀ ਇੱਕ ਵਾਰੀ ਹੋਇਆ ਸੀ। ਅਤੇ ਮੈਂ ਸੁਣਿਆ ਉਹਦੇ ਵਿੱਚ ਕਿ ਪੰਜਾਬ ਵੜ ਕੇ ਦਿਖਾਵੇ ਜਲੰਧਰ। ਮੈਂ ਉਦੋਂ ਹੀ ਗੱਡੀ ਚੱਕੀ ਉੱਥੇ ਚਲੇ ਗਿਆ। ਮੈਂ ਕਿਹਾ ਮੈਂ ਆ ਗਿਆ ਔਰ ਪੰਜਾਬ 'ਚ ਹੀ ਬੈਠਾ, ਜਲੰਧਰ ਬੈਠਾ, ਘਰ ਬੈਠਾ। ਮੇਰੀ ਅਪੀਲ ਹੈ ਤੁਸੀਂ ਆਓ, ਆਪਾਂ ਪ੍ਰਧਾਨ ਮੰਤਰੀ ਸਾਹਿਬ ਕੋਲ ਚੱਲਦੇ ਹਾਂ, ਮੈਂ ਮਿਲਾਉਣਾ। ਲੇਕਿਨ ਕੋਈ ਆਖੇ ਹੀ ਨਹੀਂ ਲੱਗਦਾ, ਪਤਾ ਨਹੀਂ ਕਿਉਂ ਨਹੀਂ ਆਖੇ ਲੱਗ ਰਹੇ। ਕਿਉਂ ਲੱਗ ਰਿਹਾ ਤੁਹਾਨੂੰ ਵੀ ਤੁਹਾਡੀ ਗੱਲ ਨਹੀਂ ਸੁਣ ਪਾ ਰਹੇ ਜਾਂ ਤੁਸੀਂ ਕਿਸਾਨਾਂ ਨੂੰ ਸਮਝਾ ਨਹੀਂ ਪਾ ਰਹੇ? ਗੀਤ ਤਾਂ ਤੁਹਾਡੇ ਬਹੁਤ ਸੁਣੇ ਆ। ਨਹੀਂ ਹੁਣ ਤਾਂ ਗੱਲ ਬਹੁਤ ਅੱਗੇ ਵੱਧ ਗਈ। ਮੈਂ ਤਾਂ ਉਦੋਂ ਪੁਰਾਣੀ ਗੱਲ ਕਰਦਾ। ਉਦੋਂ ਮੈਂ TV ਚੱਕ ਦੇਖ ਲਓ, ਉਹਦੇ 'ਚ ਇੰਟਰਵਿਊ ਸਾਰੇ ਚੱਲਦੇ ਹੀ ਆ, ਸਾਰੇ ਉਹ ਤਾਂ ਕਿਹੜੇ ਡਿਲੀਟ ਹੋਏ ਆ, ਸਾਰੇ ਦੇਖ ਲਓ। ਉਹਦੇ ਵਿੱਚ ਮੈਂ ਕੀ ਬੋਲਿਆ, ਮੈਂ ਅਪੀਲ ਕੀਤੀ ਆ। ਜਦੋਂ ਮੰਤਰੀ ਸਾਹਿਬ ਨੂੰ ਮਿਲਦੇ ਹੋ ਜਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਦੇ ਹੋ ਤਾਂ ਕਹਿੰਦੇ ਹੋ ਵੀ ਜਿਹੜੇ ਇਹ ਕਾਨੂੰਨ ਨੇ, ਤੁਹਾਨੂੰ ਲੱਗਦਾ ਵੀ ਇਹਨਾਂ ਦੇ ਵਿੱਚ ਕੋਈ ਨਾ ਕੋਈ ਕਮੀ ਤਾਂ ਹੈ? ਜੇ ਇੰਨੇ ਲੋਕ ਅੱਜ ਬਾਰਡਰਾਂ ਦੇ ਉੱਤੇ ਆ ਕੇ ਬੈਠੇ ਨੇ ਖੁੱਲ੍ਹੇ ਅਸਮਾਨ ਹੇਠ, ਠੰਡ ਦੇ ਵਿੱਚ 40 ਤੋਂ ਵੱਧ ਲੋਕਾਂ ਦੀ ਜਾਨ ਵੀ ਚਲੀ ਗਈ ਹੈ, ਤਾਂ ਤੁਸੀਂ ਕਹਿੰਦੇ ਨਹੀਂ ਜਾ ਕੇ ਵੀ ਇਹ ਹਾਲਾਤ ਉੱਥੇ ਦੇਖੇ ਨਹੀਂ ਜਾਂਦੇ? ਤੁਸੀਂ ਜੇ ਕਾਨੂੰਨ ਉਹਨਾਂ ਨੂੰ ਨਹੀਂ ਪਸੰਦ, ਜੇ ਉਹ ਚੀਜ਼ ਨਹੀਂ ਖਾਣਾ ਚਾਹੁੰਦੇ ਤਾਂ ਆਪਾਂ ਧੱਕੇ ਨਾਲ ਕਿੱਦਾਂ ਖਵਾ ਸਕਦੇ ਉਹਨਾਂ ਨੂੰ? ਹਾਂਜੀ, ਮੈਂ ਤਾਂ ਹਮੇਸ਼ਾ ਕਹਿੰਦਾ, ਤੁਸੀਂ ਦੇਖਿਆ ਹੀ ਹੋਏਗਾ, ਮੈਂ ਕਦੀ ਇੱਕ ਲਫ਼ਜ਼ ਵੀ ਕਿਸਾਨ ਜਾਂ ਕਿਸਾਨੀ ਦੇ ਖਿਲਾਫ ਮੈਂ ਬੋਲਦਾ। ਹਰ ਚੀਜ਼ ਅੱਜ ਕੱਲ੍ਹ ਰਿਕਾਰਡ ਹੋ ਜਾਂਦੀ ਹੈ ਅਤੇ ਮੇਰਾ ਸਿਰ ਕਲਮ ਕਰ ਦਿਓ। ਮੈਂ ਕਦੀ ਨਹੀਂ ਖਿਲਾਫ ਬੋਲਿਆ, ਕਦੀ ਵੀ ਨਹੀਂ ਖਿਲਾਫ, ਨਾ ਬੋਲਾਂਗਾ। ਉੱਥੇ ਜਾ ਕੇ ਤੁਸੀਂ ਕੀ ਕਹਿੰਦੇ ਹੋ ਫਿਰ ਕਿਸਾਨਾਂ ਦੀ ਆਵਾਜ਼ ਤਾਂ ਤੁਸੀਂ ਕਹਿੰਦੇ ਹੋ ਮੈਂ ਬੁਲੰਦ ਕਰਦਾ, ਮੀਟਿੰਗਾਂ ਕਰਾਉਣ ਦੀ ਕੋਸ਼ਿਸ਼ ਕੀਤੀ, ਸ਼ੁਰੂ ਵੀ ਮੈਂ ਹੀ ਕਰਵਾਈਆਂ ਮੀਟਿੰਗਾਂ। ਫਿਰ ਉੱਥੇ ਜਾ ਕੇ ਕੁਛ ਤਾਂ ਕਹਿੰਦੇ ਹੋਵੋਗੇ ਨਾ ਆਪਣੇ ਪ੍ਰਧਾਨ ਮੰਤਰੀ ਸਾਹਿਬ? ਉੱਥੇ ਜਾ ਕੇ ਜਾਂ ਤਾਂ ਮੈਨੂੰ ਕੋਈ ਜਿਹੜੀ ਕੋਆਰਡੀਨੇਟਰਸ ਦੀ ਕੋਆਰਡੀਨੇਸ਼ਨ ਕਰਦੇ ਇੱਕ ਤਾਲਮੇਲ ਕਮੇਟੀ ਨਹੀਂ, ਉਹਦੇ ਵਿੱਚ ਪਾਇਆ ਹੋਵੇ ਤਾਂ ਮੈਂ ਜਾਵਾਂ, ਜਾਂ ਮੈਨੂੰ ਕੋਈ ਬੁਲਾਵੇ ਤਾਂ ਮੈਂ ਜਾਵਾਂ। ਜਦੋਂ ਮੈਨੂੰ ਕੁਦਰਤੀ ਫੰਕਸ਼ਨਾਂ 'ਤੇ ਕੋਈ ਮਿਲੇ, ਤਾਂ ਚਾਹੇ ਜਿੱਡੇ ਮਰਜ਼ੀ ਲੈਵਲ ਦੀ ਹਸਤੀ ਹੋਵੇ, ਮੇਰਾ ਫਰਜ਼ ਆ ਗੁਜ਼ਾਰਿਸ਼ ਕਰਨਾ ਕਿ ਇਹਨੂੰ ਸਰ ਜਲਦੀ ਵਾਈਂਡ ਅਪ ਕਰੋ। ਤੁਸੀਂ ਆਪ ਵੀ ਤਾਂ ਜਾ ਸਕਦੇ ਹੋ ਨਾ ਆਫੀਸ਼ੀਅਲੀ ਕਿਸਾਨਾਂ ਦਾ ਸੁਨੇਹਾ ਲੈ ਕੇ, ਜਿਸ ਤਰੀਕੇ ਦੇ ਹਾਲਾਤ ਬਣੇ ਪਏ ਨੇ। ਆਫੀਸ਼ੀਅਲੀ ਤਾਂ ਮਿਲ ਹੀ ਰਹੇ ਉਹ ਸਾਰੇ, ਉਹ ਕਹਿੰਦੇ ਮਿਲ ਤਾਂ ਰਹੇ ਅਸੀਂ। ਅਤੇ ਗੱਲ ਸਿਰਫ ਇੰਨੀ ਆ ਕਿ ਇੰਨੀਆਂ ਮੀਟਿੰਗਸ ਹੋਈਆਂ ਅਤੇ ਹੁਣ ਜਿਹੜੀ 30 ਤਰੀਕ ਨੂੰ ਜਿਹੜੀ ਮੀਟਿੰਗ ਆ, ਪਹਿਲਾਂ 29 ਨੂੰ ਸੀ, ਅੱਜ ਹੁਣੇ ਪਤਾ ਲੱਗਾ 30 ਹੋ ਗਈ ਆ। ਅਤੇ ਚਲੋ ਇੱਕ ਦਿਨ ਹੋਰ ਵੱਧ ਗਿਆ, ਕੋਈ ਗੱਲ ਨਹੀਂ। ਅਤੇ ਮੈਨੂੰ ਲੱਗਦਾ ਆਸਵੰਦ ਰਹਿਣਾ ਚਾਹੀਦਾ। ਹੁਣ ਸਾਰਿਆਂ ਨੂੰ ਨਜ਼ਰ ਆ ਰਿਹਾ, ਜਿਹਨੂੰ ਨਹੀਂ ਵੀ ਸੀ ਨਜ਼ਰ ਆਉਂਦਾ ਉਹਨੂੰ ਵੀ ਨਜ਼ਰ ਆ ਗਿਆ। ਅਤੇ ਹੁਣ ਮਾਲਕ ਕਿਰਪਾ ਕਰੇ, ਦਾਤਾ ਰਹਿਮ ਕਰੇ। ਸੁਣਵਾਈ ਹੁੰਦੀ ਹੈ ਤੁਹਾਡੀ? ਵੈਸੇ ਸਹੀ ਦੱਸਿਓ। ਸੁਣਵਾਈ ਮੇਰੇ ਕੋਲ ਕੋਈ ਪੋਰਟਫੋਲੀਓ ਤਾਂ ਹੈ ਨਹੀਂ, ਸਿੰਪਲ MP ਹਾਂ ਮੈਂ। ਅਤੇ ਜਿੰਨਾ ਕੁ ਆਪਣੀ ਔਕਾਤ ਤੋਂ ਵੱਧ ਵੈਸੇ ਮੈਂ ਬੋਲਦਾ। ਹਾਲਾਂਕਿ ਮੇਰਾ ਕੋਈ ਮਸ਼ਵਰਾ ਨਾ ਤਾਂ ਕਿਸਾਨ ਲੈਂਦੇ ਆ, ਨਾ ਸਰਕਾਰ ਲੈਂਦੀ ਹੈ। ਅਤੇ ਲੇਕਿਨ ਇਹਦੇ ਬਾਵਜੂਦ ਵੀ ਐਕਸਕਿਊਜ਼ ਮੀ ਕਹਿ ਕੇ ਵੀ ਮੈਂ ਕਹਿ ਦਿੰਦਾ ਸਰ ਉਹ ਠੀਕ ਕਰੋ, ਆਪਾਂ ਜਲਦੀ ਕਰੀਏ। ਇੱਧਰ ਮੈਂ ਜੇ ਮੈਨੂੰ ਦਰਦ ਨਾ ਹੁੰਦਾ, ਮੈਨੂੰ ਜਾਣ ਦੀ ਕੀ ਲੋੜ ਸੀ? ਅਤੇ ਮੈਂ ਉੱਥੇ ਜਾ ਕੇ ਪਹਿਲੇ ਦਿਨ ਦੇਖੋ, ਮੈਂ ਅੱਗੇ ਵੀ ਅਰਜ਼ ਕਰਦਾ ਰਹਿੰਦਾ ਕਿ ਕਿਸਮਤ ਮਾੜੀ ਹੈ ਕਿ ਉਹ ਜਿੱਥੇ ਵੀ ਬੈਠੇ ਆ, ਉਹ ਉੱਥੋਂ ਮੇਰਾ ਇਲਾਕਾ ਸ਼ੁਰੂ ਹੁੰਦਾ, ਜਿਹਨੂੰ ਕੌਂਸਟੀਚੁਐਂਸੀ ਕਹਿੰਦੇ ਆ। ਅਤੇ ਤੁਸੀਂ ਦੇਖ ਲਓ ਕਿ ਕਿਸੇ ਚੱਜ ਦੇ ਦਿਨਾਂ 'ਚ ਮੇਰੇ ਵੀਰ ਆਉਂਦੇ, ਮੇਰੀਆਂ ਮਾਤਾਵਾਂ ਆਉਂਦੀਆਂ ਅਤੇ ਲੰਗਰ ਲੱਗਦੇ, ਕਿਤੇ ਰਿਸੀਵ ਕਰਦੇ। ਹੁਣ ਤਾਂ ਉੱਥੇ ਪਤਾ ਲੱਗਾ ਕਿ ਪੋਲੀਟੀਸ਼ੀਅਨ ਨੂੰ ਖੰਘਣ ਵੀ ਨਹੀਂ ਦਿੰਦੇ। ਅਤੇ ਕਿੱਥੇ ਕਿਸ ਹਿਸਾਬ ਨਾਲ ਜਾਈਏ? ਹੁਣ ਮੈਂ ਹੁਣੇ ਹੀ ਸ਼ੇਰ ਪੜ੍ਹ ਰਿਹਾ ਸੀ ਕਿ ਸਾਡੀ ਤਾਂ ਹਾਲਤ ਇਹ ਆ ਕਿ ਬਸ ਸਾਡਾ ਵੱਸ ਨਹੀਂ ਚੱਲਦਾ, ਬਸ ਸਾਡਾ ਵੱਸ ਨਹੀਂ ਉਹ ਚੱਲਦਾ, ਕੀ ਇਹ ਅਸਾਂ ਦਾ ਹੋਣਾ, ਲਿੱਸੇ ਦਾ ਕੀ ਜ਼ੋਰ ਮਮਦਾ, ਨੱਸ ਜਾਣਾ ਜਾਂ ਰੋਣਾ। ਕੀ ਕਰੀਏ ਯਾਰ, ਕਿੱਥੇ ਜਾਈਏ? ਕੀ ਦੱਸੋ ਮੈਨੂੰ। ਮੇਰੇ ਕੋਲ ਮੈਂ ਉਸ ਕਮੇਟੀ ਦਾ ਮੈਂਬਰ ਹਾਂ ਜਿੱਥੇ ਬਿੱਲ ਬਣਿਆ। ਜਿਹੜੇ ਸਿਫਤਾਂ ਕਰਦੇ ਥੱਕਦੇ ਨਹੀਂ ਸੀ, ਉਹ ਹੁਣ ਵਿਰੋਧ 'ਚ ਖੜ੍ਹੇ ਹੋ ਗਏ ਆ। ਕਰੀਏ ਕੀ? ਸਾਨੂੰ ਤਾਂ ਸਾਡਿਆਂ ਨੇ ਮਾਰਿਆ। ਮੇਰੀ ਔਕਾਤ ਹੀ ਨਹੀਂ ਗਈ ਇੰਨੀ, ਪਰ ਫਿਰ ਵੀ ਬੋਲਦਾ ਰਹਿਣਾ। ਕੁਰਸੀ ਵੱਡੀ ਹੋ ਗਈ ਜਾਂ ਫਿਰ ਕਿਸਾਨ ਤਾਂ ਅੱਜ ਸੜਕਾਂ ਦੇ ਉੱਤੇ ਰੁਲ ਰਿਹਾ। ਕਿਸਾਨ ਕਹਿੰਦਾ ਜੀ ਹੰਸਰਾਜ ਹੰਸ ਵਾਕਿਆ ਸਾਡੇ ਨਾਲ ਹੈ, ਤੇ ਅਸਤੀਫਾ ਦੇ ਦੇਣ। ਅਸਤੀਫਾ ਇਸ ਤਰ੍ਹਾਂ ਹੈਗਾ, ਜੇ ਮੈਂ ਪੰਜਾਬ ਤੋਂ MP ਬਣਿਆ ਹੁੰਦਾ ਤਾਂ ਪੰਜਾਬੀ ਸਾਰੇ ਮੈਨੂੰ ਕਹਿੰਦੇ ਤੇ 1 ਸੈਕਿੰਡ 'ਚ ਸਾਰਾ ਕੁਛ ਹੋ ਜਾਂਦਾ, ਫਰਜ਼ ਕਰ ਲਓ।
ਹੁਣ ਪ੍ਰੋਬਲਮ ਇਹ ਆ ਕਿ 6 ਲੱਖ ਲੋਕਾਂ ਨੇ 6 ਲੱਖ ਦੇ ਮਾਰਜਨ ਨਾਲ ਜਿਤਾਇਆ। ਟੋਟਲ ਦੇਖੋ ਕਿੰਨੀਆਂ ਵੋਟਾਂ ਪਈਆਂ ਹੋਣਗੀਆਂ, ਲਾਰਜੈਸਟ ਕੰਸਟੀਚੁਐਂਸੀ ਆ। ਇੱਥੇ ਲੋਕ ਆਉਂਦੇ ਆ, ਉਹਨਾਂ ਦੇ ਦਿਲ 'ਚ ਜਿਹੜਾ ਕੋਈ ਮੇਰੇ 'ਤੇ ਯਕੀਨ ਹੀ ਕੀਤਾ ਹੋਏਗਾ, ਉਹਨਾਂ ਨਾਲ ਮੈਂ ਧੋਖਾ ਕਿੱਦਾਂ ਕਰਾਂ ਇੱਕਦਮ। ਜੇ ਉਹ ਮੈਨੂੰ ਕਹਿਣਗੇ ਤਾਂ ਮੈਂ ਉੱਥੇ ਵੀ ਸਾਰੇ ਕਿਸਾਨ ਹੀ ਆ। ਹੁਣ ਤੁਸੀਂ ਆਏ ਆ, ਕਿਸਾਨਾਂ ਨਾਲ ਭਰਿਆ ਹੋਇਆ ਸੀ ਘਰ, ਕਹਿਣਗੇ ਤਾਂ ਮੈਂ ਅਸਤੀਫਾ ਵੀ ਭਰਾਵਾ ਦੇ ਦੂੰਗਾ, ਕੋਈ ਗੱਲ ਨਹੀਂ। ਫਿਰ ਕਿਉਂਕਿ ਇੱਧਰ ਵੀ ਤਾਂ 10-15 ਲੱਖ ਤੁਹਾਡੇ ਲੋਕ ਆ ਨਾ, ਉਹੀ ਪੰਜਾਬੀ ਨੇ ਜਿਹੜੇ ਤੁਹਾਡੇ ਖਾੜਿਆਂ ਦੇ ਵਿੱਚ ਟਰੈਕਟਰ ਟਰਾਲੀਆਂ ਭਰ ਕੇ ਜਾਂਦੇ ਸੀ। ਆਪਾਂ ਅੱਜ ਉਹੀ 10-15 ਲੱਖ ਵਾਲੇ ਟਰੈਕਟਰ ਉੱਥੇ ਮਿੱਟੀ 'ਚ ਘੱਟੇ 'ਚ ਖੜੇ ਨੇ, ਜਿਨ੍ਹਾਂ ਨੂੰ ਖੇਤਾਂ ਦੇ ਵਿੱਚ ਚੱਲਣਾ ਚਾਹੀਦਾ ਸੀ, ਜ਼ਮੀਨ ਵਾਹੁਣੀ ਚਾਹੀਦੀ ਸੀ, ਤੇ ਅੱਜ ਉਹ ਇੱਥੇ ਖੜੇ ਨੇ ਔਰ ਕਿਸਾਨ ਠੰਡ 'ਚ ਮਰ ਰਹੇ ਨੇ। ਉਹ ਵੀ ਤਾਂ 10-15 ਲੋਕ ਤੁਹਾਡੇ ਹੀ ਨੇ, ਤੁਹਾਡੇ ਪੰਜਾਬ ਤੋਂ ਹੀ ਨੇ, ਜਿਨ੍ਹਾਂ ਨੇ ਤੁਹਾਨੂੰ ਸਟਾਰ ਬਣਾਇਆ ਸੀ ਇੱਕ ਸਮੇਂ। ਉਹ ਮੇਰੇ ਨਾਲ ਹੁਣ ਤਾਂ ਮੈਨੂੰ ਬੋਲਣ ਦੀ ਕੀ ਲੋੜ ਹੈ? ਮੈਂ ਤਾਂ ਦਿੱਲੀ ਤੋਂ MP ਹਾਂ, ਮੈਂ ਗੁੰਗਾ ਵੀ ਹੋ ਸਕਦਾ ਸੀ। ਮੈਂ ਕਿਹਾ ਭਰਾਵਾ ਮੈਂ ਤਾਂ ਦਿੱਲੀ ਤੋਂ ਹਾਂ, ਮੈਂ ਨਹੀਂ ਬੋਲਣਾ। ਮੇਰੇ ਦਿਲ 'ਚ ਦਰਦ ਆ, ਤੇ ਗੱਡੀ ਚੱਕ ਕੇ ਰਾਤੋਂ ਰਾਤ ਚਲੇ ਗਿਆ ਸੀ ਜਲੰਧਰ। ਇੱਕ ਹਫ਼ਤਾ ਮੈਂ ਤੁਹਾਨੂੰ ਦੱਸਦਾ ਹਰ ਚੈਨਲ 'ਤੇ ਮੈਂ ਬੋਲਿਆ, ਮੈਂ ਕਿਹਾ ਉਹ ਰੱਬ ਦਾ ਵਾਸਤਾ ਮੇਰੇ ਨਾਲ ਚੱਲੋ। ਲੇਕਿਨ ਕੁਛ ਲੋਕਾਂ ਨੂੰ ਉਦੋਂ ਇਹ ਸੀਗਾ ਕਿ ਅੰਦੋਲਨ ਨੂੰ ਲਟਕਾਓ, ਸਾਡੀ ਸਰਕਾਰ ਰਿਪੀਟ ਹੋ ਜਾਏਗੀ। ਕੁਛ ਲੋਕਾਂ ਨੂੰ ਸੀਗਾ ਅੰਦੋਲਨ ਲਟਕੇਗਾ ਤੇ ਅਸੀਂ ਸਰਵਾਈਵ ਕਰ ਜਾਵਾਂਗੇ। ਕੁਛ ਇੱਕ ਚੂਹਿਆਂ ਵਰਗੀ ਪਾਰਟੀ ਉਹ ਪਿੱਛੇ ਜਾ ਕੇ ਬੈਠੀ ਰਹਿੰਦੀ ਹੈ, ਉਹਨਾਂ ਨੂੰ ਸੀਗਾ ਮੀਸਣੇ ਜਿਹਾ ਬਣ ਕੇ ਬੈਠੇ ਰਹੋ, ਇਹਦਾ ਫਾਇਦਾ ਹੋਣਾ। ਫਸ ਗਈ ਹੁਣ BJP, ਅਤੇ ਉਹ ਹੌਲੀ ਹੁਣ ਇੱਥੇ ਆ ਗਿਆ ਕਿ ਹੁਣ ਗੱਲ ਹੀ ਇੰਨੀ ਵੱਧ ਗਈ ਆ। ਮੇਰੀ ਔਕਾਤ ਦੇ ਹਿਸਾਬ ਨਾਲ ਜਿਹੜੇ ਸਿਆਸਤ ਨੂੰ ਥੋੜ੍ਹਾ ਬਹੁਤਾ ਸਮਝਦੇ ਆ ਜਾਂ ਥੋੜ੍ਹਾ ਬਹੁਤਾ ਪੜ੍ਹਦੇ ਆ, ਉਹ ਸੋਚ ਕੇ ਤਾਂ ਦੇਖਣ ਕਿ ਮੇਰੇ ਕੋਲ ਕਿੰਨੀ ਕੁ ਪਾਵਰ ਆ। ਜਿਹੜੇ ਬੈਠੇ ਸੀਗੇ ਆਪਣੇ ਇਹਨਾਂ ਦੇ ਵਿੱਚ, ਜਿਨ੍ਹਾਂ ਕੋਲ ਮੰਤਰਾਲੇ ਆ ਖੇਤੀਬਾੜੀ ਦੇ, ਉਹ ਤਾਂ ਛੱਡ ਗਏ। ਹੁਣ ਕਰੀਏ ਕੀ? ਪਰ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਵੀ ਮੇਰੇ ਕੋਲ ਪਾਵਰ ਬਹੁਤ ਥੋੜ੍ਹੀ ਹੈ, ਫਿਰ ਪਾਵਰ ਨੂੰ ਛੱਡਣ 'ਚ ਹਰਜ ਕੀ ਹੈ? ਕਿਉਂਕਿ ਤੁਹਾਡਾ ਆਪਣਾ ਪਰਿਵਾਰ ਤਾਂ ਸੜਕਾਂ 'ਤੇ ਰੁਲ ਰਿਹਾ। ਨਹੀਂ, ਮੇਰੇ ਕੋਲ ਕਿਹੜੀ ਪਾਵਰ ਹੈ? ਛੱਡਣਾ ਇੱਥੇ ਕੀ ਹੈ? ਮੈਂ ਤਾਂ ਤੁਹਾਨੂੰ ਕਹਿ ਰਿਹਾ ਇਹਨਾਂ ਲੋਕਾਂ ਦਾ ਕੀ ਕਸੂਰ ਹੈ? ਪਤਾ ਹੈ ਇੱਕ ਨੈੱਟ 'ਤੇ ਚੈੱਕ ਕਰਿਓ, ਨਾਰਥ ਵੈਸਟ, ਉੱਤਰ ਪੱਛਮੀ ਕਿੱਡਾ ਵੱਡਾ ਖੇਤਰ ਆ। ਉਹਨਾਂ ਲੋਕਾਂ ਨੇ ਮੈਨੂੰ 6 ਲੱਖ ਨਾਲ ਜਿਤਾਇਆ ਆ। ਮੈਂ ਜਦੋਂ ਜਲੰਧਰ ਤੋਂ ਤੁਸੀਂ ਖੜੇ ਸੀ ਉਦੋਂ ਵੀ ਤੁਹਾਨੂੰ 2-2.5 ਲੱਖ ਵੋਟਾਂ ਪਾਈਆਂ, ਉਹ ਵੀ ਤਾਂ ਫਿਰ ਤੁਹਾਡੇ ਉਹਦੇ ਜਲੰਧਰ ਹੀ ਵੀ ਬੈਠੇ ਨੇ ਉੱਥੇ। ਪਾਰਟੀ ਨੇ ਫਰਜ਼ ਕਰ ਲਓ ਮੈਨੂੰ ਟਿਕਟ ਦਿੱਤੀ ਆ, ਉਹਨਾਂ ਨੇ ਜਿਤਾਇਆ ਆ, ਅਤੇ ਮੈਂ ਪਾਰਟੀ ਦੇ ਵਿੱਚ ਰਹਿ ਕੇ ਗੱਲ ਕਰ ਹੀ ਰਿਹਾ ਨਾ। ਉੱਥੇ ਅਸਤੀਫਾ ਦੇ ਕੇ ਮੈਨੂੰ ਦੱਸੋ ਕੀ ਫਿਰ ਬਿੱਲ ਕੈਂਸਲ ਹੋ ਜਾਏਗਾ? ਤਾਂ ਚਲੋ ਐਲਾਨ ਕਰੋ, ਹੰਸਰਾਜ ਹੰਸ ਅਸਤੀਫਾ ਦੇ ਦੇਵੇ ਅਤੇ ਉਸੇ ਦਿਨ ਕੈਂਸਲ ਹੋ ਜਾਣਗੇ ਬਿੱਲ। ਮੈਂ ਕਿਹਾ 100 ਵਾਰ ਅਸਤੀਫਾ ਲੈ ਲਓ ਮੇਰੇ ਤੋਂ। ਤੁਸੀਂ ਤਿਆਰ ਹੋ ਅਸਤੀਫਾ ਦੇਣ ਨੂੰ ਕਿਸਾਨਾਂ ਦੇ ਹੱਕ 'ਚ? ਸ਼ਰੇਆਮ ਬਿੱਲ ਕੈਂਸਲ ਕਰ ਦਿਓ ਜੇ ਮੇਰੇ ਅਸਤੀਫਾ ਮੰਗਦੇ ਆ। ਪਰ ਮੈਂ ਉਹਨਾਂ ਲੋਕਾਂ ਨੂੰ ਮੂੰਹ ਕੀ ਦਿਖਾਊਂਗਾ? ਮੈਂ ਉਹਨਾਂ ਲੋਕਾਂ ਨਾਲ ਧੋਖਾ ਨਹੀਂ ਕਰ ਸਕਦਾ। ਇਹ ਵੀ ਮੇਰੇ ਆਪਣੇ ਲੋਕ ਨਾ ਹੁਣ ਤਾਂ ਮੈਂ ਇੱਥੇ ਰਹਿ ਕੇ ਬੋਲਣਾ ਮੇਰੀ ਕੀ ਮਜਬੂਰੀ ਹੈ? ਮੈਂ ਵੀ ਜਿੱਦਾਂ ਮੀਸਣੇ ਜਾਂ ਗੁੰਗੇ ਜਿਹਾ ਹੋ ਕੇ ਬਹਿ ਜਾਂਦੇ ਸਿਆਸਤਦਾਨ, ਮੈਂ ਵੀ ਬਹਿ ਜਾਂਦਾ। ਮੈਂ ਤਾਂ ਜੀ ਦਿੱਲੀ ਤੋਂ ਆ ਜੀ MP, ਮੈਂ ਕਿੱਦਾਂ ਬੋਲਾਂ? ਮੈਂ ਤਾਂ ਉੱਥੇ ਜਲੰਧਰ ਵੀ ਚੱਲ ਜਾਣਾ, ਕੱਲ੍ਹ ਪਰਸੋਂ ਵੀ ਉੱਥੋਂ ਹੀ ਆਇਆ। ਜੋ ਹੋਏਗੀ ਦੇਖੀ ਜਾਏਗੀ, ਪਰ ਮੈਂ ਤਾਂ ਬੋਲਦਾ ਰਹਿਣਾ, ਹਮੇਸ਼ਾ ਬੋਲਦਾ। ਮੈਂ ਕਦੀ, ਤੁਸੀਂ ਮੈਨੂੰ ਦੱਸੋ ਇੱਕ ਬਿਆਨ ਮੇਰਾ ਜਿੱਥੇ ਮੇਰੀ ਆਵਾਜ਼ ਹੋਵੇ, ਮੈਂ ਬੋਲਦਾ ਹੋਵਾਂ ਕਿ ਮੈਂ ਕਿਸਾਨੀ ਦੇ ਜਾਂ ਕਿਸਾਨਾਂ ਦੇ ਜਾਂ ਪੰਜਾਬ ਦੇ ਐਂਟੀ ਚੱਲ ਰਿਹਾ, ਇੱਕ ਅਮਲ ਮੇਰਾ ਦੱਸੋ ਜਦੋਂ ਦਾ ਜੰਮਿਆ। ਪੁਰਾਣਾ ਜੀਵਨ ਵੀ ਦੇਖੋ, ਜਦੋਂ ਦਾ MP ਵੀ ਬਣਿਆ ਜੰਮਿਆ। ਪਹਿਲੀ ਵਾਰੀ ਜਦੋਂ ਮੈਂ ਪਾਰਲੀਮੈਂਟ ਵਿੱਚ ਬੋਲਿਆ, ਤੁਹਾਨੂੰ ਪਤਾ ਕੀ ਬੋਲਿਆ? ਅੱਜ ਹੀ ਜਿਹੜੇ ਦੇਖਦੇ ਹੋ ਸੁਣ, ਮੈਂ ਗੁਰੂ ਨਾਨਕ ਸਾਹਿਬ ਦਾ, ਜਗਤ ਗੁਰੂ ਦਾ ਨਾਂ ਲਿਆ ਸਭ ਤੋਂ ਪਹਿਲਾਂ। ਮੈਨੂੰ ਲੋੜ ਕੀ ਸੀ? ਮੈਂ ਇੱਥੋਂ MP ਬਣਿਆ ਸੀ। ਫਿਰ ਮੈਂ ਕਿਹਾ ਪੰਜਾਬ ਦਾ ਫਿਕਰ ਕਰੋ, ਪਹਿਲੀ ਤਕਰੀਰ 'ਚ ਕਿਹਾ। ਮੈਂ ਕਿਹਾ ਨਾ ਅਸੀਂ ਜਵਾਨੀ ਬਚਾ ਸਕੇ, ਨਾ ਪਾਣੀ ਬਚਾ ਸਕੇ। MP ਮੈਂ ਦਿੱਲੀ ਦਾ ਬੋਲਣ ਪੰਜਾਬ ਬੋਲ ਰਿਹਾ ਸੀ। ਅਤੇ ਤੁਸੀਂ ਇਹ ਸੋਚ ਕੇ ਤਾਂ ਦੇਖੋ, ਮੈਨੂੰ ਖਾਮ-ਖਾ ਗਾਲਾਂ ਕੱਢ ਕੇ ਜੇ ਤੁਹਾਨੂੰ ਬਹੁਤ ਸਕੂਨ ਮਿਲਦਾ, ਕੱਢੀ ਜਾਓ। ਜਿਹੜਾ ਕੋਈ ਮੇਰੇ ਪਿਓ ਨੂੰ ਕਹੂਗਾ, ਉਹ ਆਪਣੇ ਪਿਓ ਨੂੰ ਕਹਿ ਰਿਹਾ। ਜਿਹੜਾ ਹਰਾਮ ਦਾ ਨਹੀਂ ਹੈ, ਉਹੀ ਮੇਰੇ ਪਿਓ ਨੂੰ ਗਾਲ ਕੱਢੂਗਾ। ਜਿਹਦੀ ਧੀ ਹੈਗੀ ਆ, ਜਿਹਦੀ ਧੀ ਆ, ਉਹਦੀ ਧੀ ਨੂੰ ਸਿੱਧੀ ਗਾਲ ਜਾਣੀ ਆ। ਜਿਹੜਾ ਭੈਣ ਦੀ ਗਾਲ ਕੱਢੂ, ਉਹਦੀ ਭੈਣ ਨੂੰ ਜਾਣੀ ਆ। ਜਿਹੜਾ ਮਾਂ ਦੀ ਗਾਲ ਕੱਢੂ, ਉਹਦੀ ਮਾਂ ਨੂੰ ਜਾਣੀ ਆ। ਮੇਰਾ ਕਸੂਰ ਦੱਸੋ ਕੀ ਆ? ਪੰਚਾਇਤ ਬੈਠੇ, ਮੇਰਾ ਦੱਸੋ ਕੀ ਕਸੂਰ ਹੈ? ਕਿ ਮੈਂ ਕੋਈ ਕਮੇਟੀ 'ਚ ਬੈਠਾ ਉੱਥੇ, ਜਿਹੜਾ ਮੈਂ ਕੋਈ ਤਾਲਮੇਲ ਕਮੇਟੀ 'ਚ, ਜਾਂ ਮੈਂ ਕੋਈ ਡਿਸੀਜ਼ਨ ਮੇਕਰ ਹਾਂ ਜਿਹੜਾ ਮੈਂ ਬਿੱਲ ਕੈਂਸਲ ਕਰਾ ਦਿਆਂ? ਹਾਂ, ਮੈਂ ਸੱਚ ਬੋਲੂੰਗਾ, ਹੱਕ ਬੋਲੂੰਗਾ, ਗੁੰਗਾ ਨਹੀਂ ਹੋਵਾਂਗਾ। ਮੈਂ ਹਮੇਸ਼ਾ ਪੰਜਾਬ ਦੇ ਹੱਕ 'ਚ ਰਿਹਾ, ਰਵਾਂਗਾ। ਅਤੇ ਫਿਰ ਜਿਵੇਂ ਹੁਣ ਪੰਜਾਬ ਦਾ ਕਿਸਾਨ ਕਹਿੰਦਾ ਹੈ ਕਾਨੂੰਨ ਪਸੰਦ ਨਹੀਂ ਹੈ, ਸਾਨੂੰ ਰੱਦ ਕਰ ਦਿਓ, ਤਾਂ ਤੁਹਾਡਾ ਇਹਨਾਂ ਕਾਨੂੰਨਾਂ ਨੂੰ ਲੈ ਕੇ ਸਟੈਂਡ ਕੀ ਹੈ? ਸਟੈਂਡ ਸਪਸ਼ਟ ਕਰ ਦਿਓ ਫਿਰ ਆਪਣਾ ਤੁਸੀਂ। ਮੇਰਾ ਸਟੈਂਡ ਇਹੀ ਆ ਕਿ ਕਾਲਜਾ ਠੰਡਾ ਹੋਵੇ ਪੰਜਾਬ ਦਾ, ਕਿਸਾਨਾਂ ਦਾ। ਉਹ ਠੰਡ 'ਚ ਬੈਠੇ ਆ, ਮੈਂ ਵੀ ਠੰਡ 'ਚ ਠੁਰ ਕਰਦਾ ਉਹਨਾਂ ਦੇ ਨਾਲ। ਇਸ ਤਰੀਕੇ ਨਾਲ, ਜਿਸ ਤਰੀਕੇ ਦਾ ਮਾਹੌਲ ਚੱਲ ਰਿਹਾ, ਉਸ ਤਰੀਕੇ ਨਾਲ ਤਾਂ ਮੈਨੂੰ ਲੱਗਦਾ ਨਹੀਂ ਕਾਲਜਾ ਠੰਡਾ ਹੋਵੇਗਾ। ਤੁਸੀਂ ਦੱਸੋ ਨਾ ਮੇਰੇ ਵੱਸ ਵਿੱਚ ਕੀ ਆ?
ਇਹ ਲਿਖ ਕੇ ਦੱਸੋ ਮੈਨੂੰ ਜਾਂ ਬੋਲ ਕੇ ਦੱਸੋ ਵੀ ਤੂੰ ਆਹ ਕਰ ਸਕਦਾ। ਅਸਤੀਫਾ ਮੈਂ ਨਹੀਂ ਦੇ ਸਕਦਾ, ਮੇਰੀ ਮਜਬੂਰੀ ਆ, ਮੈਂ ਲੱਖਾਂ ਲੋਕਾਂ ਨੂੰ ਧੋਖਾ ਨਹੀਂ ਦੇ ਸਕਦਾ। ਜਦੋਂ ਉਹ ਕਹਿਣਗੇ ਅੱਧਾ ਸਕਿੰਟ 'ਚ ਮੈਂ ਉਹਨਾਂ ਨੂੰ ਅਸਤੀਫਾ ਦੇ ਦਾਂਗਾ। ਮੈਂ ਅਕਿਰਤਘਣ ਥੋੜ੍ਹੀ ਬਣ ਸਕਦਾ ਭਾਈ ਸਾਹਿਬ, ਮੈਂ ਅਕਿਰਤਘਣ ਨਹੀਂ ਬਣ ਸਕਦਾ। ਮੈਂ ਆਪਣੇ ਲੋਕਾਂ ਨਾਲ ਵਫਾ ਕਰਦਾ, ਲੇਕਿਨ ਇਹਨਾਂ ਨਾਲ ਬੇਵਫਾਈ ਨਹੀਂ ਕਰ ਸਕਦਾ। ਆਪਣੇ ਲੋਕਾਂ ਨਾਲ ਮੈਂ 100% ਵਫਾ ਕਰ ਰਿਹਾ। ਨਹੀਂ ਤਾਂ ਮੈਂ ਇਹ ਵੀ ਤਾਂ ਕਹਿ ਸਕਦਾ, ਫਿਰ ਰਿਪੀਟ ਕਰ ਰਿਹਾ ਕਿ ਮੈਂ ਤਾਂ ਭਾਈ ਸਾਹਿਬ ਦਿੱਲੀ ਤੋਂ ਆ, ਮੇਰਾ ਤਾਂ ਮੈਨੂੰ ਕੀ ਲੋੜ ਹੈ ਬੋਲਣ ਦੀ। ਮੈਂ ਤਾਂ ਡੇ 1 ਤੋਂ ਹੀ ਇਨਵੋਲਵ ਹਾਂ ਵਿੱਚ ਪੂਰੀ ਤਰ੍ਹਾਂ। ਬ੍ਰਦਰ, ਮੇਰਾ ਕੋਈ ਵੀ ਬਿਆਨ ਦੱਸੋ ਜਦੋਂ ਮੈਂ ਕਿਸਾਨਾਂ ਦੇ, ਕਿਸਾਨੀ ਦੇ, ਪੰਜਾਬ ਦੇ, ਪੰਜਾਬੀਆਂ ਦੇ ਖਿਲਾਫ ਬੋਲਿਆ ਹੋਵੇ। ਪਰ ਪੰਜਾਬ ਦੇ ਵਿੱਚ ਜਿੱਦਾਂ ਦੀਆਂ ਤਸਵੀਰਾਂ ਆਉਂਦੀਆਂ ਨੇ, ਤੁਹਾਡੇ ਘਰ ਦਾ ਘਿਰਾਓ ਹੁੰਦਾ ਹੈ, ਜਿੰਨੇ ਵੀ ਬੀਜੇਪੀ ਦੇ ਲੀਡਰ ਨੇ ਉਹਨਾਂ ਦੇ ਘਰਾਂ ਦੇ ਘਿਰਾਓ ਕੀਤੇ ਜਾ ਰਹੇ ਨੇ, ਮੀਟਿੰਗਾਂ ਕਰਦੇ ਨੇ ਤਾਂ ਮੀਟਿੰਗਾਂ ਵੀ ਨਹੀਂ ਹੋਣ ਦਿੱਤੀਆਂ ਜਾ ਰਹੀਆਂ, ਮਜਬੂਰਨ ਰੱਦ ਕਰਨੀਆਂ ਪੈ ਰਹੀਆਂ। ਜਿੱਦਾਂ ਦਾ ਸੀਨ ਪੰਜਾਬ ਦੇ ਵਿੱਚ ਬਣਿਆ ਹੋਇਆ, ਜਿੱਦਾਂ ਦੀ ਦੁਰਦਸ਼ਾ, ਮੈਂ ਕਹਿ ਸਕਦਾ ਵੀ ਇਸ ਟਾਈਮ ਬੀਜੇਪੀ ਦੀ ਪੰਜਾਬ ਦੇ ਵਿੱਚ ਜੇ ਸਥਿਤੀ ਦੀ ਗੱਲ ਕਰੀਏ ਤਾਂ ਉੱਥੇ ਹੀ ਤੁਹਾਡੇ ਬੀਜੇਪੀ ਦੇ ਹੀ ਆਗੂ ਕਹਿੰਦੇ ਨੇ ਸੀ 2022 ਦੇ ਵਿੱਚ ਪੰਜਾਬ 'ਚ ਸਰਕਾਰ ਬਣਾ ਦਿਆਂਗੇ। ਫਿਰ ਇੱਦਾਂ ਕਿੱਦਾਂ ਸੰਭਵ ਹੋਊਗਾ? ਕਿਉਂਕਿ ਅਜੇ ਤੱਕ ਤਾਂ ਮੈਨੂੰ ਲੱਗਦਾ ਹੈ ਵੀ ਪੰਜਾਬ 'ਚ ਐਂਟਰੀ ਬੜੀ ਔਖੀ ਹੋਈ ਪਈ ਹੈ। ਅਗਰ ਤਾਂ ਸਿਆਸਤ ਦੀ ਵੀ ਗੱਲ ਕਰੀਏ, ਸਿਆਸਤ 'ਚ ਵੀ ਤਾਂ ਇਨਸਾਨੀਅਤ ਹੋਣੀ ਚਾਹੀਦੀ ਹੈ। ਇਨਸਾਨੀਅਤ ਦੀ ਗੱਲ ਕਰੀਏ, ਲੋਕਤੰਤਰ ਦੀ ਗੱਲ ਕਰੀਏ, ਘਿਰਾਓ ਜਿਹੜਾ ਉਹ ਜਾਇਜ਼ ਹੈ। ਮੇਰੇ ਘਰ ਦਾ ਘਿਰਾਓ, ਮੈਂ ਕਿਹੜਾ ਕੋਈ ਮੁਹੰਮਦ ਤੁਗਲਕ ਆ, ਮੇਰੇ ਘਰ ਦਾ ਵੀ ਘਿਰਾਓ ਹੋਣਾ ਚਾਹੀਦਾ। ਲੇਕਿਨ ਮਜ਼ਾ ਤਾਂ ਆ ਉਹ ਘਿਰਾਓ ਕਰਨ ਤੇ ਮੈਂ ਲੰਗਰ ਬਣਾ ਕੇ ਅੱਗੇ ਬੈਠਾ ਵਾਂ, ਬੈਠ ਕੇ ਉਹ ਕਹਿਣ ਕਾਕਾ ਆਹ ਕੰਮ ਕਰ, ਸਾਡਾ ਕਰ। ਉੱਥੇ ਆ ਜਾਂਦੇ ਆ ਕੇ ਕਹਿੰਦੇ ਆ ਤੇ ਇਹ ਹੁੰਦਾ ਨਾ ਇੱਥੇ, ਤੇ ਇਹਦੇ ਅਸੀਂ ਜੁੱਤੀਆਂ ਮਾਰਨੀਆਂ ਸੀ, ਆਹ ਕਰਨਾ ਸੀ, ਇਹ ਕਰਨਾ ਸੀ। ਮੈਂ ਕਿਹਾ ਉਹ ਤੇਰਾ ਜੁੱਤੀ ਦੇ ਪਤਾਵੇ ਵਰਗਾ ਮੂੰਹ ਆ, ਤੂੰ ਮੇਰੇ ਜੁੱਤੀਆਂ ਕਿਹੜੇ ਕਾਨੂੰਨ 'ਚ ਮਾਰੇਂਗਾ? ਓਏ ਤੇਰੀ ਔਕਾਤ ਕੀ ਹੈ? ਦੱਸ ਮੈਨੂੰ, ਮੇਰਾ ਕੀ ਕਸੂਰ ਹੈ? ਆ ਕੇ ਤੁਸੀਂ ਆਪਣਾ ਨਾਰੇ ਨੂਰੇ ਜਾਂ ਜਿਹੜੇ ਆ ਲਾਓ, ਬੈਠੋ, ਬੰਦਿਆਂ ਵਾਂਗੂ ਗੱਲ ਕਰੋ। ਮੈਨੂੰ ਗਾਲਾਂ ਕੱਢਣ ਦਾ ਕੀ ਮਤਲਬ ਹੈ ਤੁਹਾਡੀ? ਮੈਂ ਕਿਸੇ ਨੂੰ ਮੈਂ ਤਾਂ ਹੁਣ ਫਿਰ ਰਿਪੀਟ ਕਰਦਾ ਕਿ ਜਦੋਂ ਤੁਸੀਂ ਮੈਨੂੰ ਗਾਲ ਕੱਢਦੇ ਆ, ਸਮਝੋ ਆਪਣੇ ਆਪ ਨੂੰ ਕੱਢਦੇ, ਮੈਂ ਲੈਂਦਾ ਹੀ ਨਹੀਂ ਉਹ ਗਾਲਾਂ। ਮੈਂ ਇਹ ਜ਼ਰੂਰ ਮੈਨੂੰ ਸ਼ਰਮ ਆਉਂਦੀ ਹੈ ਕਿ ਤੁਸੀਂ ਗੱਲ ਮਾਲਕਾਂ ਦੀ ਕਰਦੇ ਆ, ਉਹਨਾਂ ਮਾਲਕਾਂ ਦੀ ਜਿਨ੍ਹਾਂ ਨੇ ਨਿਮਰਤਾ ਦਾ ਨਿਵੇਂ ਸੋ ਗੌਰਾ ਹੋਏ, ਜਿਨ੍ਹਾਂ ਨੇ ਕਿਹਾ ਨਾਨਕ ਜੀਵਤਿਆਂ ਮਰ ਰਹੀ ਹੈ, 10 ਗੱਦੀਆਂ ਦਾ ਨਿਚੋੜਿਆ। ਉਹਨਾਂ ਨੇ ਕਿਹਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਲੜੋ ਆਪਣੇ ਹੱਕਾਂ ਲਈ, ਅੰਦੋਲਨ ਕਰਨਾ ਹੱਕ ਆ, ਹਰ ਕੌਮ ਦਾ ਹੱਕ ਆ। ਜ਼ਿੰਦਾ ਕੌਮਾਂ ਹੀ ਅੰਦੋਲਨ ਕਰਦੀਆਂ ਹੁੰਦੀਆਂ, ਲੇਕਿਨ ਸ਼ਬਦਾਵਲੀ ਸੱਭਿਅਕ ਰੱਖੋ, ਪਤਾ ਲੱਗੇ ਕਿ ਗੁਰੂ ਵਾਲੇ ਆ, ਬੇਗੁਰੇ ਨਹੀਂ। ਇੱਦਾਂ ਥੋੜ੍ਹੀ ਆ ਹੰਸਰਾਜ ਹੁੰਦਾ ਜਦੋਂ ਜੁੱਤੀਆਂ ਮਾਰਨੀਆਂ ਸੀ। ਇੱਕ ਕਿਹਾ ਜਾ ਰਿਹਾ ਸੋਸ਼ਲ ਮੀਡੀਆ ਤੇ, ਕਹਿੰਦੇ ਇਹਨਾਂ ਦੇ ਬੇਟੇ ਹੈ ਸਿੰਗਰ ਨੇ, ਉਹਨਾਂ ਦਾ ਵੀ ਬਾਈਕਾਟ ਕਰ ਦਿਓ, ਉਹਨਾਂ ਦੇ ਅਖਾੜੇ ਨਾ ਲਵਾਓ, ਉਹਨਾਂ ਦੇ ਪ੍ਰੋਗਰਾਮ ਨਾ ਕਰਵਾਓ। ਯਾਰ ਰੱਬ ਰਿਸਕ ਦੇਣ ਵਾਲਾ ਆ। ਮੈਂ ਅੱਧੀ ਜ਼ਿੰਦਗੀ ਪੈਦਲ ਚੱਲਿਆ, ਉਦੋਂ ਕੌਣ ਰੋਟੀ ਮੈਨੂੰ ਦਿੰਦਾ ਸੀ? ਮੈਂ ਇੱਕ ਮੇਰੀ ਬਾਇਓਗ੍ਰਾਫੀ ਪੜ੍ਹਿਓ, ਹੁਣ ਤਾਂ ਅੰਦੋਲਨ ਹੈ, ਉਦੋਂ ਅੰਦੋਲਨ ਥੋੜ੍ਹੀ ਸੀ। ਇੰਗਲੈਂਡ ਦੇ ਸਾਡੀ ਬੱਚੀ ਨੇ ਲਿਖੀ ਆ, ਉਹਦਾ ਨਾਮ ਹੈ ਰੈਗਸ ਟੂ ਰਾਗਾ। ਉਹਨਾਂ ਨੇ ਰਿਸਰਚ ਕਰਕੇ ਵਲੈਤੀਆਂ ਨੇ ਲਿਖੀ ਆ। ਉਹਦੇ ਵਿੱਚ ਲਿਖਿਆ ਹੋਇਆ, ਮੈਂ ਦੱਸਿਆ ਆਪਣੀ ਜ਼ਿੰਦਗੀ ਦਾ। ਇੱਕ ਚਾਹ ਵਾਲੀ ਦੁਕਾਨ ਤੋਂ ਮੈਂ ਚਾਹ ਦਾ ਕੱਪ ਮੰਗਿਆ ਸੀ, 25 ਪੈਸੇ ਦਾ ਉਦੋਂ ਆਉਂਦਾ ਸੀ। ਮੈਂ ਕਿਹਾ ਜੀ ਪੈਸੇ ਹੈ ਨਹੀਂ, ਚਾਹ ਪੀਣ ਨੂੰ ਦਿਲ ਕਰਦਾ। ਉਹ ਕਹਿੰਦੇ ਕਿ ਦਿਲ ਡੱਕ ਕੇ ਰੱਖ ਰੁਪਈਆ ਨਹੀਂ। ਮੈਂ ਤਾਂ ਭੁੱਖੇ ਜ਼ਿੰਦਗੀ ਕੱਟੀ ਆ। ਮੈਂ ਕੋਈ ਉੱਥੇ ਜੰਮਿਆ ਸੀ ਯੂਪੀ 'ਚ, ਪੰਜਾਬ 'ਚ ਜੰਮਿਆ ਸੀ। ਜੀਂਦੇ ਲੋਕ ਸਾਰਿਆਂ ਨੂੰ ਪਤਾ, ਅੱਧੀ ਜ਼ਿੰਦਗੀ ਮੈਂ ਪੈਦਲ ਫਿਰਿਆ ਅਤੇ ਪੈਦਲ ਫਿਰ ਕੇ ਭੁੱਖਾ ਰਿਹਾ। ਮੈਂ 7 ਦਿਨ ਕਦੀ ਰੋਟੀ ਮੈਨੂੰ ਲੱਭਦੀ ਨਹੀਂ ਸੀ, ਅਤੇ ਮੈਂ ਆਪਣੀ ਬਾਲ ਕੇ ਸੇਕੀ ਆ, ਬਲੀ ਬਲਾਈ ਨਹੀਂ ਸੇਕੀ। ਜਦੋਂ ਮੇਰਾ ਨਾਂ ਹੋ ਗਿਆ, ਅਖਾੜੇ ਵੀ ਮਿਲਣ ਲੱਗ ਪਏ। ਜਦੋਂ ਨਾਂ ਹੋ ਗਿਆ, ਨਾਂ ਮਿਹਨਤ ਨਾਲ ਹੋਇਆ। ਡੇਰਿਆਂ, ਫਕੀਰਾਂ, ਜੋਗੀਆਂ, ਉਸਤਾਦਾਂ ਦੀ ਮੈਂ ਜੁੱਤੀਆਂ ਦੇ ਵਿੱਚ ਬੈਠਾ, ਸੇਵਾ ਕੀਤੀ ਆ, ਮੇਰਾ ਨਾਂ ਹੋ ਗਿਆ। ਨਾਂ ਹੋ ਗਿਆ, ਅਖਾੜੇ ਵੀ ਮਿਲਣ ਲੱਗ ਪਿਆ, ਰੋਟੀ ਲੱਭਣ ਲੱਗ ਪਈ। ਆਪਣੀ ਬਾਲ ਕੇ ਸਿੱਖੀ, 10-9 ਦੀ ਕਮਾਈ ਆ। ਮੇਰੀ ਕਮਾਈ ਦੀ ਵੀਡੀਓ ਬਣਦੀਆਂ, ਮੈਂ ਕੋਈ ਹਰਾਮ ਦੀ ਕਮਾਈ ਆ? ਮੇਰੀ ਕੋਈ ਬੇਨਾਮੀ ਜਾਇਦਾਦ ਹੈ ਸਿਆਸਤਦਾਨਾਂ ਵਾਂਗੂ? ਮੇਰੀ ਤਾਂ ਉਂਗਲਾਂ 'ਤੇ ਗਿਣੀ ਜਾਣ ਵਾਲੀ ਹੈ। ਮੈਨੂੰ ਕੌਣ ਕੋਈ ਕਹਿ ਸਕਦਾ? ਜੇ ਮੈਨੂੰ ਕੋਈ ਪੈਸੇ ਪੂਸੇ ਦਿੰਦਾ ਸੀ ਖਾੜਿਆਂ ਦੇ, ਅਤੇ ਮੇਰੇ ਇੱਥੋਂ ਡਿੰਗਦਾ ਵੀ ਤਾਂ ਮੈਂ ਹੀ ਸੀ। ਅਤੇ ਜਦੋਂ ਨਾਂ ਨਹੀਂ ਸੀ ਮੇਰਾ, ਉਦੋਂ ਮੇਰਾ ਕਿਹੜਾ ਗਾਣਾ ਕੌਣ ਸੁਣਦਾ ਸੀ? ਗਾਣਾ ਬੱਚਿਆਂ ਦਾ ਬਾਈਕਾਟ, ਤੁਹਾਡੇ ਭਤੀਜੇ ਆ, ਤੁਹਾਡੇ ਬੇਟੇ ਆ, ਮੇਰੇ ਇਕੱਲੇ 'ਤੇ ਥੋੜ੍ਹੀ ਆ। ਤੁਹਾਡੇ ਵੀ ਉਹ ਕੁਛ ਲੱਗਦੇ ਆ। ਉਹਨਾਂ ਬੱਚਿਆਂ ਨੇ ਜਿਹੜਾ ਵੀ ਮਿਲ ਗਿਆ ਮੇਰੇ ਹਾਣ ਦਾ, ਉਹਦੇ ਪੈਰੀਂ ਹੱਥ ਲਾਇਆ। ਉਹਨਾਂ ਦਾ ਕਸੂਰ ਕੀ ਹੈ? ਹਾਂ, ਉਹਦੇ ਪਿਓ ਦਾ ਕੀ ਕਸੂਰ ਹੈ? ਜਿਹੜਾ ਮੈਨੂੰ ਦੱਸੋ। ਮੈਨੂੰ ਉਦੋਂ ਪਤਾ ਸੀਗਾ ਇੱਥੇ ਕੋਈ ਅੰਦੋਲਨ ਹੋਣੇ ਆ, ਹੋ ਗਿਆ, ਠੀਕ ਹੈ, ਦਿਨ ਗੁਜ਼ਰ ਜਾਣਗੇ, ਰੱਬ ਕਰੇ ਕਿਰਪਾ ਕਰੇ, ਸਾਰਾ ਕੁਝ ਠੀਕ ਹੋ ਜਾਵੇ, ਫਿਰ ਆਪਾਂ ਇਕੱਠੇ ਹੀ ਰਹਿਣਾ। ਮੁਹੱਬਤ ਦਾ ਦਾਮਨ ਨਾ ਛੱਡੋ। ਰੋਟੀ ਰਿਜ਼ਕ ਰੱਬ ਦਿੰਦਾ, ਮਾਲਕ ਦਿੰਦਾ। ਮੈਂ ਪਹਿਲਾ ਬੰਦਾ, ਤੁਹਾਨੂੰ ਹੋਰ ਕਲੀਅਰ ਕਰਦੇ ਹਾਂ, ਗੱਲ ਸੁਣਾ ਦਿਓ ਸਾਰਿਆਂ ਨੂੰ। ਮੈਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਬਸ ਅੱਜ ਤੋਂ ਖਾੜੇ ਨਹੀਂ ਲਾਇਆ ਕਰਨੇ।
ਇਹ ਔਨ ਰਿਕਾਰਡ ਆ, ਅਖਬਾਰਾਂ ਕਢਾ ਲਿਓ। ਕਹਿੰਦੇ ਕਿਉਂ? ਮੈਂ ਕਿਹਾ ਨਹੀਂ ਬਸ ਇੱਥੇ ਸ਼ਰਾਬਾਂ ਸ਼ਰੂਬਾਂ ਪੀਂਦੇ, ਫਾਇਰ ਕਰਦੇ, ਮੈਂ ਨਹੀਂ ਗਾਉਣਾ। ਗਾਉਣ ਵਾਲਾ ਅੰਨਾ ਹੋ ਜਾਏ, ਉਹ ਖਾੜੇ ਨਹੀਂ ਲਾਉਣੋਂ ਹਟਦਾ। ਮੈਂ ਕਿਹਾ ਨਹੀਂ ਯਾਰ ਮੈਂ ਨਹੀਂ ਹੁਣ ਗਾਉਣਾ। ਕੁੜੀਆਂ ਡਾਂਸਰਾਂ ਡੂਸਰਾਂ ਜਾਂਦੀਆਂ। ਮੈਂ ਕਿਹਾ ਨਹੀਂ, ਹੁਣ ਸਿਆਣੇ ਹੋ ਗਏ। ਅੱਜ ਤੋਂ 20 ਸਾਲ ਪਹਿਲੀ ਗੱਲ ਕਰਦਾ ਮੈਂ ਬਹਿ ਕੇ ਕੀਰਤਨ ਕਰਨ ਲੱਗ ਪਿਆ ਜਾਂ ਸੂਫੀ ਗਾਉਣ ਲੱਗ ਪਿਆ। ਇੱਕ ਪ੍ਰੋਗਰਾਮ ਨਹੀਂ ਮੈਨੂੰ ਕਦੇ ਆਇਆ ਸੂਫੀ ਦਾ, ਪਤਾ ਤੁਹਾਨੂੰ? ਤੇ ਨਹੀਂ ਆਇਆ, ਨਾ ਸੀ ਰਿਜ਼ਕ ਰੱਬ ਦਿੰਦਾ। ਉਦੋਂ ਕਰੋੜਾਂਪਤੀ ਸੀ, ਫਿਰ ਹੁਣ ਰੋਟੀ ਲੱਭਦੀ, ਕੋਈ ਗੱਲ ਨਹੀਂ, ਉਹ ਵੀ ਕਰ ਲਾਂਗੇ। ਪਹਿਲਾਂ ਰੋਟੀ ਵੀ ਨਹੀਂ ਸੀ ਲੱਭਦੀ, ਅੱਗੇ ਨਾਲੋਂ ਤਾਂ ਚੰਗੇ ਹੀ ਆ। ਬਾਈਕਾਟ ਹੋ ਜਾਏਗਾ ਬਿਨਾਂ ਕਸੂਰਾਂ, ਜੇ ਤੁਸੀਂ ਮਾਰਨਾ ਹੀ ਆ, ਕੋਈ ਨਹੀਂ, ਮਾਲਕ ਸਭ ਦਾ ਹੈ। ਪਰ ਸੋਚ ਕੇ ਬੋਲੋ, ਕੱਲ ਰੱਬ ਨੂੰ ਐਂਡ ਆਫ ਦਾ ਡੇ ਤੁਸੀਂ ਵੀ ਮਰ ਜਾਣਾ, ਮੈਂ ਵੀ ਮਰ ਜਾਣਾ, ਦਰਗਾਹ 'ਚ ਝੂਠੇ ਹੋਵੋਗੇ। ਬੇਕਸੂਰਿਆਂ ਨੂੰ ਨਾ ਦੱਬੋ। ਇੱਕ ਗਰੀਬ ਦਾ ਪੁੱਤ ਜੇ MP ਬਣ ਗਿਆ, ਉਹਨੂੰ ਇਕੱਲੇ ਨੂੰ ਨਾ ਦਬੱਲੋ। ਹਜ਼ਾਰਾਂ MP ਆ, ਜਾ ਕੇ ਪਹਿਲਾਂ ਦੁਸ਼ਮਣ ਆਪਣੇ ਲੱਭੋ ਜਿਹੜੇ ਅਡਾਨੀਆਂ ਨੂੰ ਲੈ ਕੇ ਗਏ ਆ, ਜਿਨ੍ਹਾਂ ਨੇ ਜ਼ਮੀਨਾਂ ਦਿੱਤੀਆਂ। ਕਿਹੜਾ ਸਟੇਟ ਦਾ ਹੈੱਡ ਆ ਪੰਜਾਬ ਦਾ, ਚੱਜ ਦਾ ਹਮਦਰਦ ਜਿਹੜਾ ਵੀ ਹੈਗਾ, ਜਿਹਨੇ ਪੰਜਾਬ ਦਾ ਸੋਚਿਆ ਹੋਵੇ? 5 ਵਾਰੀ MP ਬਣੇ, CM ਬਣੇ, ਜੱਟ ਹੋਵੇ, ਜੱਟ ਫਾਹੇ ਲੈਣ, ਉਹ ਜਵਾਬਦੇਹ ਆ ਇਹਨਾਂ ਲਈ। ਇੱਥੇ 6 ਸਟੇਟਾਂ ਦੀ ਬਣੀ ਸੀ ਉਹ ਆ ਜਿਹੜੀ ਨੀਤੀ ਆਯੋਗ ਜਿਹਾ, ਉੱਥੇ ਫੰਕਸ਼ਨ 'ਤੇ ਉਹਨਾਂ ਨੇ ਮੀਟਿੰਗ 'ਚ ਬੁਲਾਇਆ ਨਹੀਂ। CM ਸਾਹਿਬ ਜਾਂਦੇ, ਉੱਥੇ ਰੌਲਾ ਪਾਉਂਦੇ। ਉੱਥੇ ਜਿਹੜਾ ਗਿਆ ਸੀ ਉਹ ਛਣਕਣਾ ਲੈ ਕੇ ਆਇਆ ਉੱਥੋਂ ਉਦੋਂ ਕਿਉਂ ਨਹੀਂ ਰੌਲਾ ਪਾਇਆ? ਰੌਲਾ ਪਾਉਣਾ ਚਾਹੀਦਾ ਸੀ, ਓਏ ਇਹ ਕਾਨੂੰਨ ਮਾਰੂ ਆ। ਉਦੋਂ ਬਹੁਤ ਅੱਛਾ ਜੀ, ਇਹ ਤਾਂ ਲਾਟਰੀ ਨਿਕਲ ਗਈ ਜੀ ਕਿਸਾਨਾਂ ਦੀ, ਤੇ ਹੁਣ ਹਟਦੇ ਨਹੀਂ। ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਬੋਲ, ਮੈਨੂੰ ਨਹੀਂ ਪਤਾ ਕਿਹੜਾ, ਆਪ ਲੱਭੋ, ਤੁਸੀਂ ਲੱਭੋ। ਮੈਨੂੰ ਜਦੋਂ ਗਾਲਾਂ ਕੱਢਦੇ ਉਦੋਂ ਇਹ ਵੀ ਲੱਭੋ, ਤੁਹਾਡਾ ਦੁਸ਼ਮਣ ਕਿੱਥੇ ਬੈਠੇ ਨੇ। ਤੁਸੀਂ ਆਪਣਿਆਂ ਨੂੰ ਬਖਸ਼ੀ ਜਾ ਰਹੇ ਆ। ਉਹ ਕੋਈ ਮੇਰੀ ਕਿਸਮਤ ਮਾੜੀ ਹੈ ਕਿ ਮੈਂ ਗਰੀਬ ਦੇ ਘਰ ਜੰਮ ਪਿਆ, ਤੁਹਾਡੇ ਤੋਂ ਜਰਿਆ ਨਹੀਂ ਜਾਂਦਾ। ਮੈਂ ਕੀ ਕੀਤਾ ਪੰਜਾਬ ਦੇ ਖਿਲਾਫ? ਕਿਸ ਕਸੂਰ 'ਚ ਮੈਨੂੰ ਗਾਲਾਂ ਕੱਢਦੇ? ਦੱਸੋ ਮੈਨੂੰ ਦੱਸੋ ਕਦੀ ਮੈਂ ਬੋਲਦਾ ਹਾਂ ਪੰਜਾਬ ਦੇ ਖਿਲਾਫ, ਪੰਜਾਬੀਆਂ ਦੇ ਖਿਲਾਫ, ਕਿਸਾਨ ਦੇ ਖਿਲਾਫ, ਕਿਸਾਨੀ ਦੇ ਖਿਲਾਫ? ਮੈਨੂੰ ਲੱਗਦਾ ਕਿਸਾਨ ਨੂੰ ਦੁੱਖ ਤਾਂ ਹੋ ਰਿਹਾ ਵੀ ਤੁਸੀਂ ਸ਼ਾਇਦ ਤੁਹਾਡਾ ਰਿਸ਼ਤਾ ਉਹਨਾਂ ਨਾਲ ਨੇੜਤਾ ਦਾ ਸੀ। ਮੇਰਾ ਕਿਸਾਨ ਨੂੰ ਨਹੀਂ ਦੁੱਖ ਹੋ ਰਿਹਾ। ਕਿਸਾਨ ਕਰੋੜਾਂ ਮੈਨੂੰ ਪਿਆਰ ਕਰਦੇ ਆ। ਕਿਸਾਨਾਂ ਦੇ ਜੋੜਿਆਂ 'ਚ ਮੈਂ ਪਾਣੀ ਪੀ ਲਵਾਂ ਭਰ ਕੇ। ਇੱਕ ਉਹ ਆ ਜਿਹੜੇ ਵਾਹਜਾਤ ਬੇਗੁਰੇ ਲੋਕ ਆ ਜਿਹੜੇ ਗਾਲਾਂ ਕੱਢਦੇ ਸੋਸ਼ਲ ਮੀਡੀਆ 'ਤੇ। ਕਿਸਾਨਾਂ ਨੂੰ ਮੇਰੇ ਨਾਲ ਕੋਈ ਦੁਸ਼ਮਣੀ, ਉਹਨਾਂ ਨੂੰ ਪਤਾ ਸਾਡਾ ਹੀ ਬੱਚਾ ਆ। ਉੱਥੇ ਮੋਗੇ ਮੈਂ ਗਿਆ ਸੀ, ਤੁਹਾਨੂੰ ਦੱਸ ਦਿੰਦਾ ਕਿਸਾਨਾਂ ਦੀ ਸਾਈਕੀ। ਮੋਗੇ ਮੈਂ ਗਿਆ, ਮੋਗੇ ਬਾਬਾ ਸਾਹਿਬ ਅੰਬੇਡਕਰ ਸਾਹਿਬ ਦਾ ਸੀਗਾ ਜਨਮ ਦਿਨ, ਉਹਦੇ ਬਾਰੇ ਬੋਲਣਾ ਸੀ। ਬਾਬਾ ਸਾਹਿਬ ਬਾਰੇ ਹੁਣ ਭਾਵੇਂ ਜੋ ਮਰਜ਼ੀ ਹਾਲਾਤ ਹੋਣ, ਮੈਨੂੰ ਜਾਣਾ ਪੈਣਾ, ਕਿਉਂਕਿ ਬਾਬਾ ਸਾਹਿਬ ਅੰਬੇਡਕਰ ਦਾ ਕਰਕੇ ਅਸੀਂ MP ਬਣੇ ਨੇ। ਤੇ ਇੱਥੇ ਕੌਣ, ਇੱਥੇ ਇਲੈਕਸ਼ਨ ਸਾਨੂੰ ਕਿੱਥੇ ਸੀਟਾਂ ਸੂਟਾਂ ਮਿਲਣੀਆਂ ਸੀ, ਟਿਕਟਾਂ ਉਹ ਬਾਬਾ ਸਾਹਿਬ ਨੇ ਦਿਖਾਇਆ। ਬਾਬਾ ਸਾਹਿਬ ਜਿਹਨੂੰ ਕਹਿੰਦੇ ਭੀਮ ਰਾਓ ਅੰਬੇਡਕਰ, ਉਹਦੇ ਬਾਰੇ ਮੈਂ ਬੋਲਣ ਗਿਆ ਮੋਗੇ। ਤੇ ਉੱਥੇ 4 ਗੇਟ ਸੀਗੇ, ਜਾ ਕੇ ਚੈੱਕ ਕਰਿਓ ਮੋਗੇ ਦੇ ਵਿੱਚ 4 ਗੇਟ ਸੀ। ਉਹਨਾਂ ਨੇ ਕਿਹਾ ਜੀ ਪ੍ਰੋਗਰਾਮ ਹੋ ਗਿਆ, ਮੈਂ ਬੋਲਤਾ, ਸਾਰਿਆਂ ਨੇ ਬੋਲਤਾ, ਪ੍ਰੋਗਰਾਮ ਫਿਨਿਸ਼ ਹੋ ਗਿਆ। ਉਸ ਤੋਂ ਬਾਅਦ ਫਿਰੋਜ਼ਪੁਰ ਜਾਣਾ ਸੀ। ਨਾਲ ਪੁਲਿਸ ਪਹਿਲਾਂ ਹੀ ਮੇਰੇ ਥੋੜ੍ਹੀ ਬਹੁਤੀ ਹੁੰਦੀ ਹੈ, ਜ਼ਿਆਦਾ ਨਹੀਂ ਮੈਂ ਰੱਖਦਾ ਗਨਮੈਨ, ਲੇਕਿਨ ਉੱਥੇ ਸਾਰੇ ਜ਼ਿਲ੍ਹੇ ਦੀ ਪੁਲਿਸ ਲੱਗੀ ਹੋਈ ਸੀ ਕਿਉਂਕਿ ਫੰਕਸ਼ਨ ਸੀ। ਇੰਟੈਲੀਜੈਂਸ ਵਾਲੇ ਸੀ। ਉਹਨਾਂ ਨੇ ਕਿਹਾ ਜੀ ਉਹ ਗੇਟ ਆ, ਪਿੱਛੋਂ ਦੀ ਨਿਕਲ ਜਾਓ ਚੁੱਪ ਕਰਕੇ। ਮੈਂ ਕਿਹਾ ਕਿਉਂ? ਕਹਿੰਦੇ ਆਵਾਜ਼ਾਂ ਨਹੀਂ ਸੁਣਦੀਆਂ। ਆਹ ਦੇਖੋ ਕਿਸਾਨਾਂ ਨੇ ਘੇਰਿਆ ਹੋਇਆ। ਮੈਂ ਕਿਹਾ ਨਹੀਂ, ਕਿਸਾਨਾਂ ਨੇ ਘੇਰਿਆ ਤਾਂ ਮੈਂ ਜ਼ਰੂਰ ਜਾਣਾ। ਇੱਥੇ ਕੋਈ ਬਦਮਾਸ਼ ਆ, ਇੱਥੇ ਕੋਈ ਡਾਕੂ ਆ ਗਿਆ ਆ, ਇੱਥੇ ਕੋਈ ਪਾਕਿਸਤਾਨੋਂ ਬੰਦੇ ਆ ਗਏ, ਮੇਰੇ ਭਾਈ ਭੈਣ ਆ, ਮੈਨੂੰ ਮਾਰ ਵੀ ਦੇਣਗੇ। ਮੈਂ ਕੋਈ ਗੱਲ ਨਹੀਂ, ਤੁਸੀਂ ਜਾ ਕੇ ਦੇਖਿਓ, ਪੁੱਛਿਓ, ਜ਼ਰੂਰ ਪੁੱਛਿਆ ਕਰੋ। ਗਾਲਾਂ ਕੱਢਣ ਤੋਂ ਪਹਿਲਾਂ ਪੁੱਛੋ ਜ਼ਰੂਰ। ਮੈਂ ਗਿਆ ਉਹਨਾਂ ਦੇ ਵਿੱਚ, ਪੈਦਲ ਤੁਰ ਕੇ ਗਿਆ। ਮੈਂ ਪਿਛਲੀ ਜਾ ਸਕਦਾ ਸੀ ਗੇਟ ਥਾਣੀ, ਅਤੇ ਮੈਂ ਗਿਆ ਅਤੇ ਉੱਥੇ ਕੁਛ ਮਾਵਾਂ ਸੀ ਮੇਰੀ ਮਾਂ ਦੀ ਉਮਰ ਦੀਆਂ ਵੀ, ਅਤੇ ਮੇਰੀ ਮਾਂ ਦੀ ਸਾਲ ਕੁ ਪਹਿਲਾਂ ਡੈਥ ਹੋਈ। ਬਸ ਮੈਨੂੰ ਜਿਹਦਾ ਮੜੰਗਾ ਮਾਰਗਾ ਲੱਗਾ ਉਹਦੇ ਮੈਂ ਪੈਰੀਂ ਹੱਥ, ਮੈਂ ਕਿਹਾ ਬੀਜੀ ਸਤਿ ਸ੍ਰੀ ਅਕਾਲ, ਮੱਥਾ ਟੇਕਦੇ। ਉਹਨੇ ਕਿਹਾ ਪੁੱਤ ਤੈਨੂੰ ਪਤਾ ਕੀ ਹੋ ਰਿਹਾ ਸਾਡੇ ਨਾਲ? ਇੱਕ ਮੁੰਡੇ ਨੇ ਮਾੜਾ ਜਿਹਾ, 1-2 ਹੀ ਮੁੰਡੇ ਗਰਮ ਹੋਏ, ਹਾਲਾਂਕਿ ਹਜ਼ਾਰਾਂ ਬੰਦੇ ਹੁੰਦੇ ਉੱਥੇ। ਉਹਨਾਂ ਨੂੰ ਮੈਂ ਕਿਹਾ ਬੇਟਾ ਐਂਡ ਆਫ ਦਾ ਡੇ ਦੇਖ ਲਿਓ ਕਿ ਤੁਹਾਡੇ ਨਾਲ ਕੌਣ ਸੀ, ਤੁਹਾਡੇ ਖਿਲਾਫ ਕੌਣ ਸੀ। ਕਲਾਈਮੈਕਸ ਜਦੋਂ ਹੋਇਆ, ਮੈਂ ਬੇਟਾ ਜਿੰਨੀ ਕੁ ਜੋਗਾ ਹੈਗਾ, ਜਿੰਨੀ ਕੁ ਔਕਾਤ, ਮੈਂ ਡੇ 1 ਤੋਂ ਹੀ ਲੱਗਾ ਹੋਇਆ। ਜੇ ਤੁਹਾਨੂੰ ਕੋਈ ਸ਼ੱਕ ਹੈ ਤਾਂ ਰਾਜੇਵਾਲ ਨੂੰ ਪੁੱਛ ਲਓ, ਮੈਂ ਹੀ ਪਹਿਲੀ ਮੀਟਿੰਗ ਕਰਾਈ ਹੈ, ਪੁੱਛ ਲਓ। ਮੈਂ ਕਿਹਾ ਜਿੰਦਾ ਹੀ ਆ, ਅਤੇ ਉਹਨੂੰ ਰੱਬ ਸਲਾਮਤ ਰੱਖੇ, ਬਹੁਤ ਅਕਲ ਵਾਲਾ ਆਦਮੀ ਆ। ਹੋਰ ਮੈਂ ਕਿਹਾ ਪੁੱਛ ਲਓ, ਆ ਪੱਤਰਕਾਰ ਹੈਗੇ ਆ ਜਿਨ੍ਹਾਂ ਨਾਲ ਗੱਲਾਂ ਕਰਾਈਆਂ, ਉਹਨਾਂ ਨੇ ਮੈਨੂੰ ਕੁਛ ਵੀ ਨਹੀਂ ਕਿਹਾ। ਮੈਨੂੰ ਇਹ ਸੀਗਾ ਕਿ ਮੈਂ ਇੱਥੋਂ ਮੋਗੇ ਤੋਂ ਪਿਛਲੀ ਗੇਟ ਲੰਘ ਜਾਵਾਂ, ਫਿਰੋਜ਼ਪੁਰ ਉਹਨਾਂ ਲਈ ਦੂਰ ਹੈ, ਫਿਰੋਜ਼ਪੁਰ ਆਏ ਨਹੀਂ ਉਹ। ਇਹਦਾ ਮਤਲਬ ਕਿਸਾਨ ਜ਼ਾਲਿਮ ਨਹੀਂ ਹੈ, ਕਿਸਾਨ ਮੈਨੂੰ ਕੁਛ ਨਹੀਂ ਕਹਿੰਦਾ। ਪਰਸੋਂ ਵੀ ਮੈਂ ਜਲੰਧਰੋਂ ਆਇਆ,
ਇਹ ਜਿਹੜੇ ਬੰਦੇ ਆ ਮੈਨੂੰ ਨਹੀਂ ਪਤਾ ਇਹ ਕੌਣ ਆ ਜਿਹੜੇ ਗਾਲੀ ਗਲੋਚ ਕਰਦੇ, ਮੈਨੂੰ ਨਹੀਂ ਪਤਾ। ਜਿਹੜਾ ਆਪਣੇ ਪਿਓ ਦਾ ਉਹ ਕਿਸੇ ਦੇ ਪਿਓ ਨੂੰ ਗਾਲ ਕੱਢੂ, ਜਿਹਦੇ ਆਪਣੀ ਬੇਟੀ ਆ ਉਹ ਧੀ ਦੀ ਗਾਲ ਕੱਢੂ, ਜਿਹਦੀ ਭੈਣ ਹੈ ਉਹ ਭੈਣ ਦੀ ਗਾਲ ਕੱਢੂਗਾ। ਇਹ ਉਹ ਲੋਕ ਆ, ਇਹ ਮੈਨੂੰ ਨਹੀਂ ਪਤਾ ਕਿਹੜੀ ਇੱਲ ਬਲਾ ਆ ਮੈਨੂੰ। ਜੇ ਇਨਸਾਨ ਹੋਣ, ਇਨਸਾਨੀਅਤ ਹੋਣ ਤਾਂ ਉਹਨਾਂ ਨੇ ਦੇਖਣਾ ਚਾਹੀਦਾ ਇਹ ਬੰਦੇ ਦਾ ਸਮੁੱਚਾ ਜੀਵਨ ਕਿੱਦਾਂ ਹੈ। ਆਖਰੀ ਸਵਾਲ ਲਊਂਗਾ ਜੀ, 30 ਤਰੀਕ ਨੂੰ ਫਿਰ ਕਿਸਾਨਾਂ ਦੀ ਮੀਟਿੰਗ ਹੋਵੇਗੀ ਕੇਂਦਰ ਦੇ ਨਾਲ, ਕੀ ਲੱਗ ਰਿਹਾ ਤੁਹਾਨੂੰ, ਕੋਈ ਸਿੱਟਾ ਨਿਕਲੇਗਾ ਇਸ ਮੀਟਿੰਗ ਦੇ ਵਿੱਚ? ਮੈਂ ਇੱਕ ਤਾਂ ਆਸਵੰਦ ਹਾਂ ਕਿ ਹੁਣ ਸਾਰਿਆਂ ਨੇ ਇੱਕ ਦੂਜੇ ਨੂੰ ਚੈੱਕ ਕਰ ਲਿਆ ਐ ਨਾ, ਇਮਤਿਹਾਨ ਦੇ ਉਹਦੇ 'ਚ ਸੂਈ ਦੇ ਨੱਕੇ 'ਚੋਂ ਜਿੱਦਾਂ ਗੁਜ਼ਰੀ ਦੇ ਇੱਦਾਂ ਸਵਾਲ ਗੁਜ਼ਰ ਗਿਆ। ਆਸਵੰਦ ਹਾਂ ਮੈਂ। ਦੂਸਰਾ ਮੈਂ ਅਰਦਾਸ ਵੀ ਕਰਦਾ, ਹੇ ਸੱਚਾ ਪਾਤਸ਼ਾਹ ਕਿਸੇ ਨਾ ਕਿਸੇ ਤਰ੍ਹਾਂ ਇਸ ਮਸਲੇ ਨੂੰ ਹੱਲ ਕਰ। ਇਹ ਕੋਈ ਐਸੀ ਗੱਲ ਨਾ ਹੋ ਜਾਏ ਜਿਹੜੇ ਕਹਿੰਦੇ ਹੁੰਦੇ ਨਾ ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾ ਖੋਲ੍ਹਣੀਆਂ ਨਾ ਪੈ ਜਾਣ। ਅਸੀਂ ਹਾਲਾਤ ਦੇਖੇ ਆ, ਮੈਂ ਉਦੋਂ ਵਿੱਚ ਸੀਗਾ ਬਕਾਇਦਾ, ਅਤੇ ਪੰਜਾਬ ਦੇ ਹਾਲਾਤ ਠੀਕ ਰਹਿਣ ਔਰ ਰੱਬ ਕਰੇ ਜਲਦੀ ਖ਼ਤਮ ਹੋਵੇ ਔਰ ਲੋਕ ਘਰੋਂ ਘਰੀ ਜਾਣ। ਐਸੇ ਘਰ ਆ ਫਕੀਰ ਦੀ ਕੁੱਲੀ ਆ, ਸਮਝ ਲਓ। ਇਹ ਮੈਂ ਦੱਸ ਦਿਓ ਜਾ ਕੇ ਕਿ ਉੱਥੇ ਕਿੱਦਾਂ ਦਾ ਫਰਨੀਚਰ ਹੈ, ਕਿੱਦਾਂ ਰਹਿੰਦਾ ਉਹ, ਅਤੇ ਇੱਥੇ ਆਉਣ ਜੀ ਸਦਕੇ ਆਉਣ, ਇੱਥੇ ਇਹ ਮੰਨ ਕੇ ਆਉਣ ਕਿ ਦਿੱਲੀ ਵੀ ਇੱਕ ਸਾਡਾ ਘਰ ਆ, ਸਾਡੇ ਬੱਚਾ ਉੱਥੇ ਬੈਠਾ MP, ਲੰਗਰ ਪਾਣੀ ਛਕੀਏ, ਫਿਰ ਗਾਣੇ ਗੁਣੇ ਗਾਈਏ, ਫਿਰ ਮੈਂ ਲੋਕਾਂ 'ਚ ਜਾਵਾਂ। ਹੁਣ ਤਾਂ ਇਹ ਪਤਾ ਹੀ ਨਹੀਂ ਲੱਗਦਾ, ਕੁਛ ਸਮਝ ਹੀ ਨਹੀਂ ਆਉਂਦੀ ਕਿ ਕਿਹੜੀ ਗੱਲ ਕਰੀਏ। ਜੇ ਚੁੱਪ ਰਹਿੰਦੇ ਤਾਂ ਗਾਲਾਂ, ਜੇ ਬੋਲਦੇ ਹਾਂ ਅਤੇ ਸੋਸ਼ਲ ਮੀਡੀਆ ਦੋ ਧਾਰੇ ਤਲਵਾਰ। ਉਹਨੇ ਪਹਿਲਾਂ ਹੀ ਟਾਈਪ ਪੇ ਦੇ ਪੁੱਤਾਂ ਨੇ ਬਰਸਟ ਨਹੀਂ ਜਿੱਦਾਂ ਮਾਰੀ ਦਾ ਇੱਦਾਂ ਕੀਤਾ ਹੁੰਦਾ, ਮੈਨੂੰ ਤਾਂ ਪਤਾ ਨਹੀਂ। ਆਹ ਗਾਲਾਂ ਦੀ ਬਰਸਾਤ ਹੁੰਦੀ ਆ, ਅਤੇ ਮੈਂ ਕਿਹਾ ਚਾਨਮਾਰੀ ਕਰਨ ਲੱਗ ਪਿਆ ਉਹ ਗਾਲਾਂ ਦੀ। ਅਤੇ ਮੈਂ ਇਹ ਸਨਿਮਰ ਬੇਨਤੀ ਕਰਦਾ ਕਿ ਮੇਰਾ ਇਹੀ ਕਸੂਰ ਹੈ ਕਿ ਮੇਰਾ ਕੋਈ ਕਸੂਰ ਨਹੀਂ। ਗੱਲਬਾਤ ਕਰਨ ਲਈ ਧੰਨਵਾਦ। ਸੋ ਇਹ ਸਨ MP ਹੰਸਰਾਜ ਹੰਸ, ਜਿਨ੍ਹਾਂ ਦੇ ਵੱਲੋਂ ਬੇਬਾਕੀ ਦੇ ਨਾਲ ਇਸ ਪੂਰੇ ਮੁੱਦੇ ਦੇ ਉੱਤੇ ਆਪਣਾ ਪੱਖ ਰੱਖਿਆ ਹੈ। ਕਹਿੰਦੇ ਨੇ ਲੋਕ ਬੇਸ਼ੱਕ ਮੈਨੂੰ ਗਾਲਾਂ ਕੱਢਣ, ਮੈਨੂੰ ਦੁੱਖ ਆਉਂਦਾ ਹੈ ਕਿਉਂਕਿ ਮੈਂ ਉਹਨਾਂ ਲੋਕਾਂ ਦਾ ਹੀ ਬਣਾਇਆ ਇੱਕ ਕਲਾਕਾਰ ਸੀ ਅਤੇ ਉਹਨਾਂ ਲੋਕਾਂ ਦਾ ਹੀ ਬਣਾਇਆ ਹੋਇਆ ਇੱਕ MP ਹਾਂ। ਪਰ ਕਹਿੰਦੇ ਜਦੋਂ ਕਿਸਾਨ ਕੇਂਦਰ ਦੇ ਨਾਲ ਮੀਟਿੰਗ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਪਹਿਲੀ ਮੀਟਿੰਗ ਕਰਵਾਉਣ ਵਾਲਾ ਮੈਂ ਹੀ ਹਾਂ। ਮੈਂ ਹੀ ਕੋਸ਼ਿਸ਼ਾਂ ਕੀਤੀਆਂ। ਕਿਸਾਨ ਆਗੂ ਰਾਜੇਵਾਲ ਸਾਹਿਬ ਦਾ ਵੀ ਨਾਮ ਲਿਆ ਹੈ ਕਿ ਉਹਨਾਂ ਦੀ ਗੱਲਬਾਤ ਕਰਾਉਣ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਮੈਂ ਨਿਭਾਈ ਹੈ। ਅਤੇ ਕੁਲਵੰਤ ਸੰਧੂ ਸਾਹਿਬ ਹੈ ਤਾਂ ਕੁਲਵੰਤ ਸਿੰਘ ਸੰਧੂ ਜੀ ਹੋਰਾਂ ਦਾ ਵੀ ਨਾਮ ਲਿਆ ਕਿ ਇਹਨਾਂ ਆਗੂਆਂ ਦੇ ਨਾਲ ਮੇਰੀ ਕਈ ਵਾਰ ਫੋਨ ਤੇ ਗੱਲ ਹੋਈ ਤਾਂ ਮੈਂ ਇਹਨਾਂ ਦੀ ਕੇਂਦਰ ਦੇ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਵਾਇਆ ਸੀ। ਬੇਸ਼ੱਕ ਅੱਜ ਲੋਕ ਮੈਨੂੰ ਗਾਲਾਂ ਕੱਢਦੇ ਨੇ, ਪਰ ਮੈਨੂੰ ਉਹਨਾਂ ਗਾਲਾਂ ਦਾ ਦੁੱਖ ਹੈ ਕਿਉਂਕਿ ਮੈਂ ਪੰਜਾਬ ਦਾ ਹਾਂ ਅਤੇ ਪੰਜਾਬ ਦਾ ਰਹਾਂਗਾ। ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਦਿੱਲੀ।